1.5 ਸਾਲ ਮਗਰੋਂ ਤਾਰੋ ਦੀ ਭੈਣ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ। ਨਾਂ ਉਹਦਾ ਤਾਰੋ ਨੇ ਹੀ ਰੱਖਿਆ, ਮਹਿਕ। ਤਾਰੋ ਦੇ ਪਰਿਵਾਰ ਵਿੱਚੋਂ ਇਕੱਲੀ ਉਸਦੀ ਭੈਣ ਰਿੰਮੀ ਹੀ ਸ਼ਹਿਰ ਰਿਹਾ ਕਰਦੀ ਸੀ। ਜਦ ਉਸਦਾ ਵਿਆਹ ਹੋਇਆ ਤਾਂ ਉਹ ਦੋਵੇਂ ਮੀਆਂ ਬੀਬੀ ਪੱਕੇ ਤੌਰ ਤੇ ਸ਼ਹਿਰ ਦੇ ਵਾਸੀ ਬਣ ਗਏ, ਜਦਕਿ ਰਿੰਮੀ ਦੇ ਸੱਸ ਸਹੁਰਾ ਹਾਲੇ ਵੀ ਪਿੰਡ ਵਿੱਚ ਹੀ ਰਹਿੰਦੇ ਸਨ। ਰਿੰਮੀ ਦਾ ਪਤੀ ਸੁਖਦੇਵ ਸ਼ਹਿਰ ਕਿਸੇ ਪ੍ਰਾਈਵੇਟ ਫਾਰਮ ਵਿੱਚ ਕੰਮ ਕਰਦਾ ਸੀ। ਕੰਮ ਕਰਕੇ ਹੀ ਉਸਨੇ ਸ਼ਹਿਰ ਵਿੱਚ ਮਕਾਨ ਕਿਰਾਏ ਤੇ ਲੈ ਰੱਖਿਆ ਸੀ। ਮਗਰੋਂ ਰਿੰਮੀ ਨਾਲ ਜਦ ਉਸਦਾ ਵਿਆਹ ਹੋਇਆ ਤਾਂ ਉਹਨਾਂ ਸ਼ਹਿਰ ਵਿੱਚ ਕਿਰਾਏ ਤੇ ਮਕਾਨ ਨਾਲੋਂ ਆਪਣੀ ਪੱਕੀ ਰਿਹਾਇਸ਼ ਬਣਾ ਲਈ। 1.5 ਸਾਲ ਮਗਰੋਂ ਜਦ ਸੁਖਦੇਵ ਦੇ ਘਰ ਧੀ ਨੇ ਜਨਮ ਲਿਆ ਤਾਂ ਨਾਲ ਹੀ ਉਹਦੀ ਤਰੱਕੀ ਵੀ ਹੋ ਗਈ। ਇਸ ਤਰੱਕੀ ਦੇ ਬਦਲੇ ਉਸਨੂੰ ਇਟਲੀ ਜਾ ਕੇ ਫਾਰਮ ਦਾ ਕੰਮ ਸੰਭਾਲਣ ਦਾ ਮੌਕਾ ਮਿਲਿਆ। ਸੁਖਦੇਵ ਆਪਣੀ ਇਸ ਤਰੱਕੀ ਨਾਲ ਬਹੁਤ ਖੁਸ਼ ਹੋਇਆ। ਹੁਣ ਤਾਂ ਉਹ ਆਪਣੀ ਧੀ ਨੂੰ ਕਰਮਾਂ ਵਾਲੀ ਕਹਿੰਦਾ ਨਹੀਂ ਸੀ ਥੱਕਦਾ। ਕੁਝ ਦਿਨਾਂ ਨੂੰ ਸੁਖਦੇਵ ਇਟਲੀ ਚਲਾ ਗਿਆ। ਸੁਖਦੇਵ ਦੇ ਜਾਣ ਮਗਰੋਂ ਰਿੰਮੀ ਘਰ ਵਿੱਚ ਇਕੱਲੀ ਰਹਿ ਗਈ। ਉਂਝ ਰਿੰਮੀ ਇੱਕ ਕੰਮਕਾਜੀ ਔਰਤ ਸੀ। ਉਹ ਉਸੇ ਫਾਰਮ ਵਿੱਚ ਕੰਮ ਕਰਦੀ ਸੀ ਜਿਸ ਵਿੱਚ ਸੁਖਦੇਵ ਕੰਮ ਕਰਦਾ ਸੀ। ਮਹਿਕ ਦੇ ਹੋਣ ਮਗਰੋਂ ਉਹ ਦੁਬਾਰਾ ਕੰਮ ਜੁਆਇਨ ਨਹੀਂ ਸੀ ਕਰ ਪਾਈ। ਕੁਝ ਉਸਦੀ ਬੱਚੀ ਵੀ ਹਾਲੇ ਨਿੱਕੀ ਸੀ, ਉੱਤੋਂ ਘਰ ਦੀ ਸਾਰੀ ਜ਼ਿੰਮੇਵਾਰੀ ਵੀ ਉਸੇ ਸਿਰ ਸੀ। ਸੋ ਉਸਨੇ ਆਪ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਸੁਖਦੇਵ ਇਟਲੀ ਜਾਣ ਲੱਗਿਆ ਰਿੰਮੀ ਨੂੰ ਕਹਿ ਕੇ ਗਿਆ ਸੀ ਕਿ ਉਹ ਜੇ ਚਾਹਵੇ ਤਾਂ ਕੁਝ ਦਿਨ ਆਪਣੇ ਸੱਸ ਸਹੁਰਾ ਸਾਹਿਬ ਕੋਲ ਜਾ ਕੇ ਪਿੰਡ ਰਹਿ ਆਵੇ। ਇਸ ਨਾਲ ਇੱਕ ਤਾਂ ਉਸਨੂੰ ਥੋੜਾ ਆਰਾਮ ਹੀ ਮਿਲ ਜਾਵੇਗਾ ਤੇ ਦੂਜਾ ਉਸਦੇ ਸੱਸ ਸਹੁਰਾ ਵੀ ਮੂੰਹ ਮੋਟਾ ਨਹੀਂ ਕਰਨਗੇ। ਪਰ ਰਿੰਮੀ ਕਿਉਂ ਆਪਣੇ ਸੱਸ ਸਹੁਰਾ ਕੋਲ ਜਾਣਾ ਨਹੀਂ ਸੀ ਚਾਹੁੰਦੀ, ਇਹ ਤਾਂ ਕੇਵਲ ਉਹੀ ਜਾਣਦੀ ਸੀ। ਖੈਰ ਉਸਨੇ ਸੁਖਦੇਵ ਨੂੰ ਦਿਲਾਸਾ ਦੇਣ ਲਈ ਆਖ ਦਿੱਤਾ ਕਿ ਉਹ ਇਸ ਬਾਰੇ ਸੋਚੇਗੀ ਜ਼ਰੂਰ। ਉਂਝ ਸਮਝਦੀ ਤਾਂ ਰਿੰਮੀ ਵੀ ਸੀ ਕਿ ਇਨ੍ਹੀਂ ਦਿਨੀਂ ਉਸਨੂੰ ਕਿਸੇ ਨਾ ਕਿਸੇ ਦੀ ਮਦਦ ਤਾਂ ਲੈਣੀ ਹੀ ਪੈਣੀ ਸੀ। ਆਪਣੇ ਪੇਕੇ ਘਰ ਉਹ ਜਾ ਨਹੀਂ ਸੀ ਸਕਦੀ, ਇਹਦੀ ਵੀ ਲੰਬੀ ਕਹਾਣੀ ਸੀ। ਜਦ ਕਿ ਸਹੁਰਾ ਪਰਿਵਾਰ ਉਸਨੂੰ ਵੇਖ ਕੇ ਵੀ ਰਾਜੀ ਨਹੀਂ ਸੀ। ਸੋ ਘਰ ਦੀ ਸੰਭਾਲ ਤੇ ਬੱਚੀ ਦੀ ਪਰਵਰਿਸ਼ ਉਸਨੂੰ ਇਕੱਲੀ ਨੂੰ ਹੀ ਕਰਨੀ ਪੈਣੀ ਸੀ। ਰਿੰਮੀ ਦੇ ਆਪਣੇ ਪੇਕੇ ਜਾਂ ਸਹੁਰੇ ਪਰਿਵਾਰ ਨਾਲ ਸੰਬੰਧ ਜਿਹੋ ਜਿਹੇ ਵੀ ਸਨ, ਉਸਦਾ ਆਪਣੀ ਭੈਣ ਤਾਰੋ ਨਾਲ ਮੋਹ ਕਦੇ ਵੀ ਨਹੀਂ ਸੀ ਘਟਿਆ ਤੇ ਨਾ ਹੀ ਉਹਨਾਂ ਦੇ ਰਿਸ਼ਤੇ ਵਿੱਚ ਦੂਰੀਆਂ ਨੇ ਕਦੇ ਦਰਾਰ ਹੀ ਆਉਣ ਦਿੱਤੀ ਸੀ। ਇੱਕ ਪਾਸੇ ਜਿੱਥੇ ਰਿੰਮੀ ਆਪਣੇ ਨਾਲ ਹੋ ਰਹੀ ਵਧੀਕੀਆਂ ਦਾ ਸੰਤਾਪ ਭੋਗ ਰਹੀ ਸੀ, ਉੱਥੇ ਦੂਜੇ ਪਾਸੇ ਉਸਨੂੰ ਆਪਣੀ ਭੈਣ ਤਾਰੋ ਦਾ ਝੋਰਾ ਵੀ ਵੱਡ-ਵੱਡ ਖਾ ਰਿਹਾ ਸੀ। ਸੋ ਉਸਨੇ ਇੱਕ ਫੈਸਲਾ ਲਿਆ ਤੇ ਕੁਝ ਦਿਨ ਆਪਣੀ ਭੈਣ ਤਾਰੋ ਕੋਲ ਰਹਿਣ ਲਈ ਚਲੇ ਗਈ। ਰਿੰਮੀ ਦੇ ਆਉਣ ਨਾਲ ਤਾਰੋ ਦੇ ਘਰ ਵੀ ਖੁਸ਼ੀਆਂ ਖੇਡਣ ਲੱਗੀਆਂ। ਰਿੰਮੀ ਜਾਣ-ਬੁੱਝ ਹੀ ਮਹਿਕ ਨੂੰ ਤਾਰੋ ਨੂੰ ਦਈ ਰੱਖਦੀ ਤਾਂ ਜੋ ਉਹਦਾ ਦਿਲ ਲੱਗਿਆ ਰਹੇ। ਹੌਲੀ-ਹੌਲੀ ਤਾਰੋ ਦੇ ਵਿਵਹਾਰ ਵਿੱਚ ਵੀ ਤਬਦੀਲੀ ਆਉਣ ਲੱਗੀ। ਉਹ ਹੱਸਣ ਮੁਸਕਰਾਉਣ ਲੱਗੀ, ਮੁੜ ਤੋਂ ਇੱਕ ਵੇਰਾ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਲੱਗੀ। ਉਸਦੇ ਬਦਲੇ ਇਸ ਵਿਵਹਾਰ ਨੂੰ ਵੇਖ ਕੇ ਉਹਦੇ ਪਤੀ ਜਿੰਦੇ ਨੂੰ ਵੀ ਤਸੱਲੀ ਹੋਈ। ਕੁਝ ਮਹੀਨਿਆਂ ਮਗਰੋਂ ਜਿੰਦੇ ਦੇ ਕਿਸੇ ਦੋਸਤ ਨੇ ਉਸਨੂੰ ਵਿਦੇਸ਼ ਜਾਣ ਦੀ ਰਾਏ ਦਿੱਤੀ। ਪਹਿਲਾਂ ਤਾਂ ਜਿੰਦਾ ਨਾ ਮੰਨਿਆ, ਪਰ ਫਿਰ ਤਾਰੋ ਦੇ ਕਹਿਣ ਤੇ ਉਸਨੇ ਜਾਣ ਲਈ ਹਾਮੀ ਭਰ ਦਿੱਤੀ। ਹੁਣ ਰਹੀ ਸਮੱਸਿਆ ਪੈਸੇ ਦੀ। ਇੱਕੋ ਦਮ ਇੰਨੇ ਸਾਰੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ, ਦੋਵੇਂ ਸੋਚੀ ਪੈ ਗਏ। ਫਿਰ ਤਾਰੋ ਨੇ ਇੱਕ ਦਿਨ ਇਹ ਗੱਲ ਆਪਣੀ ਭੈਣ ਰਿੰਮੀ ਨਾਲ ਸਾਂਝੀ ਕੀਤੀ। ਲੈ ਭੈਣ, ਤੂੰ ਚਿੰਤਾ ਕਾਹਨੂੰ ਕਰਦੀ ਏਂ, ਮੈਂ ਆਪੇ ਕਰ ਦੂੰ ਇੰਤਜ਼ਾਮ। ਤੂੰ ਬਸ ਜੀਜੇ ਨੂੰ ਕਹਿ ਉਹ ਜਹਾਜ਼ ਚੜ੍ਹਨ ਦੀ ਤਿਆਰੀ ਰੱਖੇ। ਰਿੰਮੀ ਦੀ ਇਹਨਾਂ ਬੋਲਾਂ ਨੇ ਤਾਰੋ ਦੇ ਦਿਲ ਵਿੱਚ ਇੱਕ ਆਸ ਜਗਾ ਦਿੱਤੀ। ਮਿੱਥੇ ਦਿਨ ਜਿੰਦਾ ਸੁਖਦੇਵ ਦੇ ਕੀਤੇ ਖਰਚੇ ਦੀ ਬਦੌਲਤ ਦੁਬਈ ਦਾ ਜਹਾਜ਼ ਚੜ੍ਹ ਗਿਆ। ਤਾਰੋ ਆਪਣੀ ਭੈਣ ਦੀ ਕੀਤੀ ਇਸ ਮਦਦ ਨਾਲ ਬਹੁਤ ਖੁਸ਼ ਹੋਈ। ਹੁਣ ਤਾਂ ਉਹ ਉਸਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕਦੀ। ਇੱਕ ਪਾਸੇ ਜਿੰਦਾ ਜਿੱਥੇ ਦੁਬਈ ਚਲਾ ਗਿਆ ਸੀ, ਉੱਥੇ ਦੂਜੇ ਹੀ ਪਾਸੇ ਤਾਰੋ ਘਰ ਵਿੱਚ ਕੱਪੜੇ ਸਿਉਣ ਦਾ ਕੰਮ ਕਰਨ ਲੱਗ ਪਈ ਸੀ, ਜਿਸ ਨਾਲ ਕਿ ਉਹਦਾ ਤੋਰੀ ਫੁਲਕਾ ਵਧੀਆ ਚੱਲਣ ਲੱਗਾ ਸੀ। ਕੁਝ ਦਿਨਾਂ ਨੂੰ ਵੀ ਰਿੰਮੀ ਵੀ ਸ਼ਹਿਰ ਵਾਪਸ ਚਲੀ ਗਈ, ਪਰ ਪਿੱਛੋਂ ਆਪਣੀ ਭੈਣ ਨੂੰ ਇੱਕ ਨਵੀਂ ਜ਼ਿੰਦਗੀ ਦੇ ਗਈ ਸੀ। ਜਿੰਦੇ ਨੂੰ ਦੁਬਈ ਗਏ ਨੂੰ ਹੁਣ ਸਾਲ ਬੀਤ ਗਿਆ ਸੀ, ਲੇਕਿਨ ਇਸ ਇੱਕ ਸਾਲ ਦੌਰਾਨ ਇੱਕ ਵੀ ਵਾਰ ਉਹਦਾ ਫੋਨ ਨਹੀਂ ਸੀ ਆਇਆ, ਨਾ ਹੀ ਉਸਦੀ ਕੋਈ ਖਬਰ ਸਾਰੀ ਆਈ ਸੀ। ਹੁਣ ਤਾਂ ਲੋਕਾਂ ਨੇ ਵੀ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਅਖੇ ਲੱਭ ਲਈ ਉਹ ਉੱਥੇ ਕੋਈ ਨਵੀਂ ਮਰਦ ਜਾਤ ਤੱਕ ਵੀ ਕਦੇ ਕੋਈ ਭਰੋਸਾ। ਇਹ ਗੱਲਾਂ ਤਾਰੋ ਨੂੰ ਸੂਲ ਬਣ ਕੇ ਚੁੱਭਦੀਆਂ। ਉਂਝ ਉਹ ਕਿਸੇ ਨੂੰ ਕਹਿੰਦੀ ਕੁਝ ਨਹੀਂ ਸੀ,
ਪਰ ਅੰਦਰ ਕਮਰੇ ਵਿੱਚ ਵੜ ਕੇ ਕੱਲੀ ਬੈਠੀ ਰੋਂਦੀ ਜ਼ਰੂਰ ਰਹਿੰਦੀ ਸੀ। ਕਿੱਥੇ ਐ ਵੇ ਮੇਰੇ ਸਿਰ ਦੀਆਂ ਸਾਈਆਂ, ਵੇ ਹੁਣ ਤਾਂ ਸੱਪਾਂ ਨੇ ਵੀ ਫਨ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਕਿਤੇ ਇਹ ਨਾ ਹੋਵੇ ਕਿ ਤੇਰੇ ਘਰ ਦੀ ਇੱਜ਼ਤ ਇਹਨਾਂ ਦੀ ਬਰਮੀ ਬਣ ਕੇ ਹੀ ਰਹਿ ਜਾਵੇ। ਵੇ ਮੈਂ ਤੇਰੇ ਵਾਸਤੇ ਪਾਉਣੀ ਆ ਵੇ, ਮੋੜ ਆਵੇ ਜਿੰਦਿਆ ਮੋੜਾ। ਅੱਜ ਫੇਰ ਅੱਖਾਂ ਭਰਦੀ ਹੋਈ ਜਿਵੇਂ ਹੀ ਉਹ ਬਾਹਰ ਵਿਹੜੇ ਵਿੱਚ ਨਿਕਲੀ, ਦੋ ਵਹਿਸ਼ੀ ਨਜ਼ਰਾਂ ਉਸਨੂੰ ਆਪਣੇ ਵੱਲ ਵੇਖਦਿਆਂ ਨਜ਼ਰ ਆਈਆਂ। ਇਹ ਗੁਰਮੇਲ ਸੀ, ਪਿੰਡ ਦੇ ਸਰਪੰਚ ਦਾ ਮੁੰਡਾ। ਮਖਾ ਕਦੇ ਮੇਰਾ ਵੀ ਕੁੜਤਾ ਸਿਉਂ ਦਿਓ, ਪੈਸੇ ਭਾਵੇਂ ਵੱਧ ਲੈ ਲਿਓ। ਅੱਖਾਂ ਵਿੱਚ ਕਮੀਨਗੀ ਲਈ ਗੁਰਮੇਲ ਤਾਰੋਂ ਦੇ ਜਿਸਮ ਨੂੰ ਉੱਪਰ ਤੋਂ ਥੱਲੇ ਤੱਕ ਨਾਪਦਾ ਨਜ਼ਰ ਆਇਆ, ਜਿਵੇਂ ਦਰਜੀ ਦਾ ਕੰਮ ਤਾਰੋ ਦਾ ਨਹੀਂ ਸਗੋਂ ਉਹਦਾ ਹੋ ਗਿਆ ਹੋਵੇ। ਪਹਿਲਾਂ ਜਾ ਕੇ ਕੋਈ ਲਿਬਾਸ ਪਾਉਣਾ ਤਾਂ ਸਿੱਖ ਲਾ, ਕਿਉਂ ਸ਼ਰੇਆਮ ਆਪਣੀ ਇੱਜ਼ਤ ਨੂੰ ਨੰਗਿਆ ਕਰਨ ਤੇ ਤੁਲਿਆ। ਦੋਗਲੇ ਅਰਥਾਂ ਵਿੱਚ ਤਾਰੋ ਨੇ ਗੁਰਮੇਲ ਤੇ ਵਿਅੰਗ ਕੱਸਿਆ, ਜਿਸ ਨਾਲ ਅਖੀਰ ਗੁਰਮੇਲ ਦੇ ਵੀ ਖਾਨਿਓ ਜਾਂਦੀ ਰਹੀ। ਉਸ ਦਿਨ ਤਾਂ ਉਹ ਉੱਥੋਂ ਬੇਸ਼ਰਮ ਜਿਹਾ ਹੋਇਆ ਚਲਿਆ ਗਿਆ, ਪਰ 2 ਦਿਨਾਂ ਕੋ ਮਗਰੋਂ ਉਹ ਮੁੜ ਤਾਰੋ ਦੇ ਘਰ ਅੱਪੜ ਆਇਆ। ਤਾਰੋ ਇਸ ਵੇਲੇ ਚੁੱਲ੍ਹੇ ਮੂਹਰੇ ਬੈਠੀ ਚਾਹ ਬਣਾ ਰਹੀ ਸੀ। ਵਿਹੜੇ ਦੇ ਇੱਕ ਕੋਨੇ ਵਿੱਚ ਦਰੀ ਵਿਛਾ ਕੇ ਉਸਨੇ ਸਿਲਾਈ ਮਸ਼ੀਨ ਡਾਈ ਹੋਈ ਸੀ। ਮਸ਼ੀਨ ਦੇ ਆਸੇ-ਪਾਸੇ ਕੱਪੜਿਆਂ ਦੇ ਢੇਰ ਲੱਗੇ ਪਏ ਸਨ। ਕੁਝ ਕਤਰਨਾਂ ਜਿਹੀਆਂ ਹਵਾ ਚੱਲਦੀ ਹੋਣ ਕਰਕੇ ਚੁੱਲ੍ਹੇ ਦੁਆਲੇ ਵੀ ਇਕੱਠੀਆਂ ਹੋਈਆਂ ਸਨ। ਆ ਲੀਰਾਂ ਜਿਹੇ ਦਾ ਸਮੇਟ ਲਿਆ ਕਰ, ਵੇਖ ਕਿਵੇਂ ਮੇਰੇ ਪੈਰਾਂ ਤੱਕ ਆਉਣ ਰਹੀਆਂ ਨੇ। ਹਵਾ ਦਾ ਇੱਕ ਬੁੱਲੇ ਨਾਲ ਉੱਡਦੀਆਂ ਕਿੰਨੀਆਂ ਹੀ ਲੀਰਾਂ ਗੁਰਮੇਲ ਦੇ ਪੈਰਾਂ ਵਿੱਚ ਜਾ ਕੇ ਵਿੱਚ ਚਲੀਆਂ ਸਨ, ਜਦ ਕਿ ਤਾਰੋ ਲਈ ਇਹ ਕੋਈ ਅਣਹੋਣੀ ਦਾ ਸੰਕੇਤ ਸੀ। ਇਹ ਕਿਧਰੋਂ ਟੱਪ ਕੇ ਪਿਆ? ਨੱਕ ਜਿਹਾ ਚੜਾਉਂਦਿਆਂ ਤਾਰੋ ਮਨ ਹੀ ਮਨ ਕਲਪੀ। ਅੱਛਾ ਤਾਂ ਕੀ ਕਰਨ ਡਈ ਏ? ਚਾਹ ਬਣਾਉਣੀ ਏ? ਬਾਹਰਲੇ ਵੱਡੇ ਬੂਹੇ ਤੋਂ ਅੰਦਰ ਨੂੰ ਵੜਦਾ ਗੁਰਮੇਲ ਤਾਰੋ ਲਾਗੇ ਚੁੱਲ੍ਹੇ ਮੂਹਰੇ ਬੈਠਦਿਆਂ ਬੋਲਿਆ। ਆਹੋ, ਕਿਉਂ ਤੈਨੂੰ ਨਹੀਂ ਦਿਸਦਾ? ਤਾਰੋ ਨੇ ਅੱਖਾਂ ਕੱਢੀਆਂ ਤਾਂ ਗੁਰਮੇਲ ਦਾ ਵੀ ਜੀ ਕੱਚਾ ਜਿਹਾ ਹੋ ਗਿਆ। ਦਿਸਦਾ ਤਾਂ ਮੈਨੂੰ ਹੋਰ ਵੀ ਬਥੇਰਾ ਕੁਝ ਹੈ, ਬਸ ਤੇਰੀ ਇੱਕ ਹਾਂ ਦੀ ਉਡੀਕ ਹੈ, ਗੁਰਮੇਲ ਨੇ ਐਤਕੀ ਤਾਰੋ ਦੀ ਬਾਂਹ ਫੜਦਿਆਂ ਕਿਹਾ। ਜਾ ਪਰਾਂ ਮਰਵੇ, ਵੇਖ ਕਿਵੇਂ ਹਲਕਿਆ ਪਿਆ। ਕੱਲੀ ਜਨਾਨੀ ਵੇਖੀ ਨਹੀਂ ਕਿ ਆ ਗਿਆ ਹੱਕ ਜਤਾਉਣ। ਕੀ ਸਮਝ ਰੱਖਿਆ ਤੂੰ ਔਰਤ ਨੂੰ, ਵੀ ਜੇ ਕੱਲੀ ਹੈ ਤਾਂ ਕੁਝ ਵੀ ਕਰੂ, ਕਿਸੇ ਅੱਗੇ ਵੀ ਝੁਕ ਜਾਊ? ਔਰਤ ਐਨੀ ਵੀ ਮਜਬੂਰ ਨਹੀਂ ਹੁੰਦੀ। ਮੇਲਿਆਂ ਤੇ ਮੈਨੂੰ ਤੂੰ ਐਨੀ ਵੀ ਨਿਹੱਤੀ ਨਾ ਸਮਝੀ। ਜੇ ਮੈਂ ਆਪਣੀ ਆਈ ਤੇ ਆ ਗਈ ਤਾਂ ਹੱਥਾਂ ਨਾਲ ਅੰਗਿਆਰੇ ਚੁੱਕ ਕੇ ਤੇਰੀਆਂ ਅੱਖਾਂ ਵਿੱਚ ਪਾ ਦੂੰ। ਉਸ ਦਿਨ ਤੋਂ ਮਗਰੋਂ ਗੁਰਮੇਲ ਕਦੇ ਵੀ ਤਾਰੋ ਦੇ ਘਰ ਨਹੀਂ ਸੀ ਵੜਿਆ, ਪਰ ਅੰਦਰ ਹੀ ਅੰਦਰ ਉਹਦੇ ਤਾਰੋ ਤੋਂ ਬਦਲਾ ਲੈਣ ਦੀ ਭਾਵਨਾ ਭਾਂਬੜ ਮਚ ਕੇ ਰਹੀ ਸੀ। ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦੋਂ ਉਹ ਤਾਰੋ ਨੂੰ ਉਹਦੀ ਔਕਾਤ ਵਿਖਾ ਸਕੇ। ਇੱਕ ਦਿਨ ਕੈਲਾ ਆਇਆ ਸੀ ਤਾਰੋ ਦੇ ਘਰ। ਕਹਿੰਦਾ ਸੀ ਕੋਈ ਲੋੜ ਥੋੜ ਹੋਵੇ ਤਾਂ ਦੱਸ ਦਈਂ। ਨੀਅਤ ਉਸਦੀ ਵੀ ਉਸ ਦਿਨ ਤਾਰੋ ਨੂੰ ਸਾਫ਼ ਨਹੀਂ ਸੀ ਲੱਗੀ। ਹੁਣ ਤਾਂ ਉਸਨੇ ਸਾਰੇ ਓਪਰੇ ਮਰਦਾਂ ਨੂੰ ਇੱਕੋ ਅੱਖ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ। ਅਖੇ ਮਰਦ ਜਾਤ ਤਾਂ ਹੁੰਦੀ ਹੀ ਕੁੱਤੇ ਦੀ ਵੱਡੀ ਹੈ, ਤਾਈਓਂ ਤਾਂ ਥਾਂ ਥਾਂ ਲਾ ਟਪਕਾਉਂਦੀ ਫਿਰਦੀ ਹੈ। ਕਿਹੜਾ ਰਿੰਮੀ ਦੀ ਧੀ ਮਹਿਕ ਦਾ ਜਨਮ ਦਿਨ ਸੀ। ਉਹ ਹੁਣ 3 ਸਾਲਾਂ ਦੀ ਹੋ ਗਈ ਸੀ। ਰਿੰਮੀ ਨੇ ਤਾਰੋ ਨੂੰ ਵੀ ਆਉਣ ਲਈ ਸੱਦਿਆ ਸੀ। ਪਿਛਲੇ 1 ਹਫ਼ਤੇ ਤੋਂ ਤਾਰੋ ਮਹਿਕ ਲਈ ਵੀ ਵੰਨ ਸਵੰਨੀਆਂ ਪੋਸ਼ਾਕਾਂ ਬਣਾ ਰਹੀ ਸੀ। ਉਸਨੇ ਆਪਣੀ ਸਿਲਾਈ ਤੋਂ ਕੀਤੀ ਕਮਾਈ ਤੋਂ ਕੁਝ ਪੈਸੇ ਵੱਖਰੇ ਜੋੜ ਰੱਖੇ ਸਨ ਮਹਿਕ ਵਾਸਤੇ। ਉਹ ਚਾਹੁੰਦੀ ਸੀ ਕਿ ਉਹ ਇਹਨਾਂ ਪੈਸਿਆਂ ਨਾਲ ਮਹਿਕ ਲਈ ਚਾਂਦੀ ਦੀਆਂ ਝਾਂਜਰਾਂ ਬਣਵਾਵੇ। ਜਿਸ ਦਿਨ ਮਹਿਕ ਦਾ ਜਨਮ ਦਿਨ ਸੀ, ਤਾਰੋ ਨਵਾਂ ਸੂਟ ਪਾ ਕੇ ਗਈ ਸੀ। ਜਿੰਦੇ ਦੇ ਬਲੈਤ ਜਾਣ ਮਗਰੋਂ ਉਸਨੇ ਇੱਕ ਵੀ ਨਵਾਂ ਸੂਟ ਪਾ ਕੇ ਨਹੀਂ ਸੀ ਵੇਖਿਆ, ਬਸ ਪੁਰਾਣੇ ਸੂਟ ਹੀ ਹੰਡਾਉਣ ਰਹੀ ਸੀ। ਸੋਚਦੀ ਸੀ ਕਿ ਉਹ ਆ ਜਾਵੇ ਤਾਂ ਉਹਦੇ ਆਉਣ ਤੇ ਸ਼ਗਨ ਮਨਾਵੇ, ਪਰ ਜਿੰਦਾ ਤਾਂ ਇੱਕ ਵਾਰੀ ਘਰੋਂ ਨਿਕਲਿਆ, ਵਾਪਸ ਹੁਣ ਤੱਕ ਮੁੜਿਆ ਹੀ ਨਹੀਂ ਸੀ। ਖੌਰੇ ਵਿਦੇਸ਼ਾਂ ਵਿੱਚ ਕਿੱਥੇ ਧੱਕੇ ਖਾਂਦਾ ਫਿਰਦਾ ਸੀ। ਉਹ ਸੋਚਦੀ, ਤਾਰੋ ਨੂੰ ਜਦ ਵੀ ਜਿੰਦੇ ਦੀ ਯਾਦ ਆਉਂਦੀ ਉਹ ਹੁਬਕੀ ਰੋਣ ਲੱਗ ਪੈਂਦੀ, ਪਰ ਉਸਨੂੰ ਉਸ ਵਕਤ ਵਰਾਉਣ ਵਾਲਾ ਕੋਈ ਵੀ ਨਾ ਹੁੰਦਾ। ਅਖੀਰ ਤਾਰੋ ਇਸੇ ਨੂੰ ਆਪਣੀ ਕਿਸਮਤ ਮੰਨ ਬੈਠੀ ਸੀ। ਮਹਿਕ ਦੇ ਜਨਮ ਦਿਨ ਵਾਲੇ ਦਿਨ ਰਿੰਮੀ ਉਸਨੂੰ ਆਪਣੇ ਨਾਲ ਸ਼ਹਿਰ ਲੈ ਗਈ ਸੀ। ਜਿੰਦੇ ਦੇ ਵਿਦੇਸ਼ ਜਾਣ ਮਗਰੋਂ ਰਿੰਮੀ ਵੀ ਮਸੀਂ 10 ਕੁ ਦਿਨ ਹੀ ਤਾਰੋ ਕੋਲ ਰਹੀ ਸੀ। ਹੈਪੀ ਬਰਥਡੇ ਟੂ ਯੂ ਦੀ ਆਵਾਜ਼ ਕਰਦੀ ਫੁੱਲ ਆਕਾਰ ਦੀ ਇਲੈਕਟ੍ਰੋਨਿਕ ਮੋਮਬੱਤੀ ਖਿੜ ਚੱਲੀ ਸੀ।
ਮਹਿਕ ਨੂੰ ਵੀ ਉਹਦੇ ਜਨਮ ਦਿਨ ਦੀਆਂ ਹਰੇਕ ਦੀਆਂ ਵਧਾਈਆਂ ਦੇ ਰਿਹਾ ਸੀ। ਹਰ ਘਰ ਮਹਿਮਾਨਾਂ ਵਿੱਚ ਰਿੰਮੀ ਦੇ ਸੱਸ ਸਹੁਰਾ ਵੀ ਸ਼ਾਮਿਲ ਸਨ। ਰਿੰਮੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਸੀ, ਬੀਜੀ ਤੁਸੀਂ ਜ਼ਰੂਰ ਆਉਣਾ, ਆਪਣੀ ਮਹਿਕ ਦਾ ਜਨਮ ਦਿਨ ਵਾ, ਨਾਲੇ ਪਾਪਾ ਜੀ ਨੂੰ ਵੀ ਨਾਲ ਲੈ ਕੇ ਆਉਣਾ। ਸਹੁਰੇ ਘਰ ਸੱਦਾ ਦੇਣ ਆਈ ਰਿੰਮੀ ਜਾਂਦੇ ਵਕਤ ਕਹਿ ਗਈ ਸੀ, ਆਹੋ ਪੁੱਤ, ਅਸੀਂ ਤਾਂ ਆਉਣਾ ਹੀ ਹੋਇਆ, ਭਲਾ ਇਹ ਵੀ ਕੋਈ ਕਹਿਣ ਦੀ ਗੱਲ ਹੈ, ਸਾਡੀ ਮਹਿਕ ਦਾ ਜਨਮ ਦਿਨ ਹੋਵੇ ਅਸੀਂ ਉਹ ਨਾ ਆਈਏ, ਏਦਾਂ ਕਿੱਦਾਂ ਹੋ ਸਕਦਾ, ਕਿਉਂ ਪੁੱਤ ਮਹਿਕ, ਠੀਕ ਕਿਹਾ ਨਾ ਦਾਦੀ ਨੇ। ਰਿੰਮੀ ਦੀ ਸੱਸ ਮਹਿਕ ਨੂੰ ਕੁੱਛੜ ਚੁੱਕੀ ਲਾਡ ਲਡਾਉਂਦੀ ਰਹੀ, ਪੁੱਤ ਸੁਖਦੇਵ ਨੇ ਕਦ ਤਾਈਂ ਆਉਣਾ, ਹੁਣ ਤਾਂ ਉਸਨੂੰ ਗਏ ਨੂੰ ਵੀ ਵਾਹ ਵੀ ਟਾਈਮ ਹੋ ਗਿਆ, ਫੋਨ ਫਾਨ ਵੀ ਆ ਜਾਂਦਾ ਕਿ ਨਹੀਂ। ਮਹਿਕ ਦੇ ਜਨਮ ਦਿਨ ਦਾ ਕੇਕ ਕੱਟਣ ਮਗਰੋਂ ਰਿੰਮੀ ਜਦ ਆਪਣੇ ਸੱਸ ਸਹੁਰਾ ਕੋਲ ਆ ਕੇ ਖੜੀ ਤਾਂ ਰਿੰਮੀ ਦੇ ਸੱਸ ਸਹੁਰਾ ਨੇ ਸੁਭਾਵਿਕ ਹੀ ਚਿੰਤਾ ਪ੍ਰਗਟਾਉਂਦਿਆਂ ਆਖਿਆ, ਹਾਂਜੀ ਪਾਪਾ, ਫੋਨ ਤੱਕ ਹਫ਼ਤੇ 10 ਦਿਨਾਂ ਨੂੰ ਆ ਹੀ ਜਾਂਦਾ ਹੈ, ਕਹਿੰਦੇ ਸੀ ਐਤਕੀ ਆਵਾਂਗਾ, ਫਿਰ ਪਤਾ ਨਹੀਂ ਕੀ ਗੱਲ ਹੋਈ, ਅੱਜ ਵੀ ਗੱਲ ਨਹੀਂ ਹੋਈ ਪਾਈ, ਸ਼ਾਇਦ ਕੰਮ ਕਾਜ ਵਿੱਚ ਬਿਜ਼ੀ ਹੋਵੇ, ਆ ਕੇ ਰਿੰਮੀ ਆਪਣੇ ਸੱਸ ਸਹੁਰਾ ਸਾਹਿਬ ਨੂੰ ਤਸੱਲੀ ਦੇਣ ਲੱਗੀ। ਇੰਨੇ ਨੂੰ ਰਿੰਮੀ ਦੇ ਫੋਨ ਤੇ ਕਿਸੇ ਦੀ ਵੀਡੀਓ ਕਾਲ ਦਾ ਨੋਟੀਫਿਕੇਸ਼ਨ ਆਇਆ। ਕਾਲ 2 ਵਾਰੀ ਮਿਸ ਹੋ ਗਈ ਸੀ, ਸ਼ਾਇਦ ਕੋਈ ਨੈਟਵਰਕ ਪ੍ਰੋਬਲਮ ਸੀ। ਬੀਜੀ ਮੈਂ ਆਈ ਹੁਣੇ, ਲੱਗਦਾ ਇਹਨਾਂ ਦਾ ਫੋਨ ਆ ਰਿਹਾ। ਰਿੰਮੀ ਦੇ ਕਾਲ ਅਟੈਂਡ ਕਰਨ ਲਈ ਜਾਣ ਮਗਰੋਂ ਜੋ ਖੁਸ਼ੀ ਇਸ ਵਕਤ ਬੀਜੀ ਦੇ ਚਿਹਰੇ ਤੇ ਸੀ ਉਹ ਉਸ ਤੋਂ ਲੁਕਾਈ ਨਹੀਂ ਸੀ ਜਾ ਰਹੀ। ਕੀ ਹੋਇਆ ਸੁਖਦੇਵ ਦੀ ਮਾਂ, ਬੜੀ ਖੁਸ਼ ਨਜ਼ਰ ਆ ਰਹੀ ਹੈ। ਰਿੰਮੀ ਦੇ ਸਹੁਰਾ ਸਾਹਿਬ ਨੇ ਆਪਣੀ ਪਤਨੀ ਦੇ ਚਿਹਰੇ ਦੇ ਹਾਵ ਭਾਵ ਤਾੜਦਿਆਂ ਪੁੱਛਿਆ। ਉਹਦਾ ਅੰਦਾਜ਼ਾ ਤਾਂ ਉਹਨੂੰ ਵੀ ਹੋ ਚੱਲਿਆ ਸੀ ਕਿ ਰਿੰਮੀ ਦੀ ਸੱਸ ਕਿਉਂ ਇੰਨੀ ਖੁਸ਼ ਸੀ, ਪਰ ਫਿਰ ਵੀ ਉਹਦੇ ਮੂੰਹੋਂ ਸੁਣਨਾ ਚਾਹੁੰਦਾ ਸੀ। ਮੋਹ ਦੀਆਂ ਤੰਦਾਂ ਤਾਂ ਕਹਿੰਦੇ 7 ਸਮੁੰਦਰ ਪਾਰ ਤੋਂ ਵੀ ਖਿੱਚ ਲਿਆਉਂਦੀਆਂ ਨੇ, ਕਿਉਂ ਆ ਗਿਆ ਨਾ ਫੋਨ। ਰਿੰਮੀ ਦੀ ਸੱਸ ਇੰਨੀ ਖੁਸ਼ ਸੀ ਕਿ ਉਹਦੀ ਖੁਸ਼ੀ ਦਾ ਇਜ਼ਹਾਰ ਕਰਦੇ ਉਹਦੇ ਬੋਲਣ ਨਾਲੋਂ ਵੀ ਵੱਧ ਉਹਦੀਆਂ ਅੱਖਾਂ ਕਰ ਰਹੀਆਂ ਸਨ। ਆਹੋ ਕਰਮਾ ਵਾਲੀਏ, ਇਹ ਤਾਂ ਗੱਲ ਤੂੰ ਠੀਕ ਆਖੀਏ, ਨਾਲੇ ਆਹ ਭੋਰਾ ਪਰ ਜਵਾਕੜੀ, ਇਹ ਵੀ ਤਾਂ ਆਪਣੇ ਪਾਪੇ ਨੂੰ ਯਾਦ ਕਰਦੀ ਹੋਈ ਪਊ, ਕੀ ਪਤਾ ਇਹਦੇ ਕਰਮਾਂ ਨੂੰ ਹੀ ਫੋਨ ਆ ਗਿਆ ਹੋਵੇ। ਚੱਲ ਆ ਜਾ, ਉਧਰ ਨੂੰ ਚੱਲਦੇ ਆਂ। ਗੱਲਾਂ ਕਰਦੇ ਹੋਏ ਰਿੰਮੀ ਦੇ ਸੱਸ ਸਹੁਰਾ ਘਰ ਦੀ ਬੈਠਕ ਵੱਲ ਨੂੰ ਚੱਲ ਪਏ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਕਿਵੇਂ ਹੋ ਤੁਸੀਂ। ਸਾਹਮਣੇ ਹੀ ਰਿੰਮੀ ਦੇ ਸੱਸ ਸਹੁਰਾ ਨੂੰ ਤਾਰੋ ਖੜੀ ਹੋਈ ਮਿਲੀ। ਕੇਕ ਕਟਿੰਗ ਦੀ ਰਸਮ ਤੋਂ ਬਾਅਦ ਹੁਣ ਤਾਰੋ ਨੇ ਹੀ ਮਹਿਕ ਕੁੱਚੜ ਚੁੱਕੀ ਹੋਈ ਸੀ। ਭਲਾ ਇਹ ਕੌਣ, ਰਿੰਮੀ ਦੇ ਸਹੁਰੇ ਨੇ ਝਿਜਕਦੇ ਜਿਹੇ ਨੇ ਪੁੱਛਿਆ। ਅਵਲ ਤਾਂ ਉਸ ਨੂੰ ਤਾਰੋ ਦੀ ਪਛਾਣ ਹੀ ਨਹੀਂ ਸੀ ਆਈ, ਉਂਝ ਵੀ ਉਸ ਨੂੰ ਤਾਰੋ ਨੂੰ ਮਿਲਣ ਨੂੰ ਵਕਤ ਵੀ ਖਾਸਾ ਬੀਤ ਗਿਆ ਸੀ, ਜਿਸ ਕਰਕੇ ਹੁਣ ਉਹਦੀ ਨਕਸ਼ ਨੁਹਾਰ ਸੁਖਦੇਵ ਦੇ ਪਿਤਾ ਦੇ ਜ਼ਿਹਨ ਚੋਂ ਜਾਂਦੀ ਰਹੀ ਸੀ। ਲੈ ਦੱਸ, ਐਡੀ ਛੇਤੀ ਭੁੱਲ ਵੀ ਗਏ, ਇਹ ਆਪਣੀ ਰਿੰਮੀ ਦੀ ਭੈਣ ਤਾਰੋ। ਰਿੰਮੀ ਦੀ ਸੱਸ ਨੇ ਆਪਣੇ ਪਤੀ ਨੂੰ ਯਾਦ ਕਰਾਉਂਦੇ ਆਖਿਆ। ਅੱਛਾ ਤਾਂ ਤਾਰੋ ਹੈ, ਪਰ ਇਹ ਤਾਂ ਹੁਣ ਪਛਾਣ 'ਚ ਨਹੀਂ ਆਉਂਦੀ। ਰਿੰਮੀ ਦੇ ਸਹੁਰੇ ਨੇ ਇਹ ਗੱਲ ਤਾਰੋ ਦੀ ਮੌਜੂਦਾ ਹਾਲਤ ਵੇਖ ਕੇ ਆਖੀ ਸੀ। ਤਾਰੋ ਦੀ ਸ਼ਕਲ ਹੁਣ ਉਹਦੇ ਜ਼ਿਹਨ ਵਿੱਚ ਮੁੜ ਤੋਂ ਸਰਜੀਤ ਹੋਣ ਲੱਗੀ ਸੀ, ਪਰ ਤਾਰੋ ਉਸ ਨੂੰ ਇਸ ਸਮੇਂ ਕਾਫੀ ਬਦਲੀ ਲੱਗ ਰਹੀ ਸੀ। ਹੋਰ ਤਾਂ ਹੋਰ, ਐਤਕੀ ਤਾਰੋ ਦੇ ਚਿਹਰੇ ਤੇ ਉਸਨੂੰ ਪਹਿਲਾਂ ਜਿਹਾ ਜਲੋਅ ਵੀ ਨਜ਼ਰ ਨਹੀਂ ਸੀ ਆਇਆ, ਜਿਸ ਕਰਕੇ ਉਸਨੂੰ ਅੰਦਰ ਹੀ ਅੰਦਰ ਕਾਫੀ ਨਿਰਾਸ਼ਾ ਹੋ ਰਹੀ ਸੀ। ਉਹਦੇ ਮਨ ਵਿੱਚ ਲੱਖਾਂ ਹੀ ਸਵਾਲ ਤਾਰੋ ਨੂੰ ਲੈ ਕੇ ਪੁੰਗਰਨ ਲੱਗ ਪਏ ਸਨ। ਆਖਰੀ ਦਫਾ ਉਸਨੇ ਜਦ ਤਾਰੋ ਨੂੰ ਵੇਖਿਆ ਸੀ, ਤਾਰੋ ਉਸਨੂੰ ਬੜੀ ਹੀ ਖੁਸ਼ ਮਿਜ਼ਾਜ ਅਤੇ ਮਾਲੂਮ ਹੋਈ ਸੀ। ਹਰਦਮ ਹੱਸਦਾ ਰਹਿਣ ਵਾਲਾ ਚਿਹਰਾ ਸੀ। ਗੱਲਾਂ ਵੀ ਉਹ ਆਪਣੀ ਭੈਣ ਰਿੰਮੀ ਨਾਲੋਂ 2 ਗੁਣਾ ਵੱਧ ਕਰਦੀ ਸੀ। ਉਸਨੂੰ ਯਾਦ ਸੀ ਕਿ ਕਿਹੜਾ ਉਹਨਾਂ ਦੇ ਘਰ ਇੱਕ ਪਾਰਟੀ ਤੇ ਰਿੰਮੀ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਵੀ ਸੱਦਿਆ ਗਿਆ ਸੀ। ਮਿੱਥੇ ਦੇ ਨੂੰ ਪਰਿਵਾਰ ਵਾਲੇ ਆਏ ਜ਼ਰੂਰ ਸਨ, ਪਰ ਜੱਜ ਨੇ ਕਿਸੇ ਨੇ ਵੀ ਗੱਲਬਾਤ ਨਹੀਂ ਸੀ ਕੀਤੀ। ਕੇਵਲ ਤਾਰੋ ਹੀ ਸੀ ਜੋ ਸਾਰਿਆਂ ਨਾਲ ਖੁੱਲ੍ਹ ਕੇ ਹੱਸ ਬੋਲ ਰਹੀ ਸੀ। ਅਸਲ ਉਸ ਵਕਤ ਉਹ ਆਪਣੀ ਪਰਿਵਾਰਕ ਜੀਆਂ ਦੀ ਕਮੀ ਹੀ ਪੂਰੀ ਕਰ ਰਹੀ ਸੀ, ਜੋ ਬੇਸ਼ੱਕ ਕਿ ਸਰੀਰਕ ਤੌਰ ਤੇ ਤਾਂ ਰਿੰਮੀ ਦੇ ਸਹੁਰੇ ਘਰ ਵਿੱਚ ਮੌਜੂਦ ਸਨ, ਪਰ ਮਾਨਸਿਕ ਤੌਰ ਤੇ ਉਹ ਕਿਤੇ ਹੋਰ ਹੀ ਗੁਆਚੀ ਫਿਰਦੇ ਸਨ। ਮੌਜੂਦਾ ਸਮੇਂ ਅੱਜ ਉਸਦੀ ਇਹੋ ਜਦ ਉਹਦੀ ਅਪਹੁਣ ਦੀ ਹਕੀਕਤ ਨਾਲ ਮੇਲ ਨਹੀਂ ਸੀ ਖਾ ਰਹੀ। ਕੀ ਗੱਲ ਕੁੜੇ, ਤੂੰ ਇੰਨੀ ਬੁਝੀ ਜਿਹੀ ਕਿਉਂ ਲੱਗਣ ਡਈ ਏ, ਨਾਲੇ ਤੇਰਾ ਖਸਮ ਕਿੱਥੇ ਏ। ਉਹ ਨਹੀਂ ਆਇਆ ਨਾਲ ਤੇਰੇ,
ਰਿੰਮੀ ਦੀ ਸੱਸ ਨੇ ਜਿਵੇਂ ਤਾਰੋ ਦੀ ਦੁੱਖ ਦੀ ਰਗ ਉੱਤੇ ਪੈਰ ਧਰ ਦਿੱਤਾ ਸੀ। ਅਸਲ ਰਿੰਮੀ ਦੇ ਸੱਸ ਸਹੁਰਾ ਨੂੰ ਤਾਰੋ ਦੀ ਮੌਜੂਦਾ ਜ਼ਿੰਦਗੀ ਬਾਰੇ ਕੁਝ ਵੀ ਮਾਲੂਮਾਤ ਨਹੀਂ ਸੀ। ਉਹ ਤਾਂ ਇਹ ਤੱਕ ਵੀ ਨਹੀਂ ਸੀ ਜਾਣਦੇ ਕਿ ਰਿੰਮੀ ਮਹਿਕ ਦੇ ਹੋਣ ਤੋਂ ਮਗਰੋਂ ਕੁਝ ਮਹੀਨੇ ਤਾਰੋ ਕੋਲ ਰਹਿ ਕੇ ਆਈ ਸੀ। ਇਹ ਗੱਲ ਵੀ ਰਿੰਮੀ ਨੇ ਹੀ ਉਹਨਾਂ ਤੋਂ ਲੁਕੋ ਕੇ ਰੱਖੀ ਸੀ। ਉਹ ਸੋਚਦੀ ਸੀ ਕਿ ਜੇਕਰ ਉਹਦੇ ਸੱਸ ਸਹੁਰਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਆਖਣਾ ਸੀ ਕਿ ਉਸਨੂੰ ਆਪਣੀ ਭੈਣ ਘਰ ਜਾਣ ਦੀ ਕੀ ਲੋੜ ਸੀ। ਉਹ ਜੇ ਚਾਹੁੰਦੀ ਤਾਂ ਉਹਨਾਂ ਕੋਲ ਆ ਕੇ ਵੀ ਤਾਂ ਰਹਿ ਸਕਦੀ ਸੀ। ਉਹਨਾਂ ਕਿਹੜਾ ਬੱਚੀ ਨੂੰ ਸੰਭਾਲਣਾ ਨਹੀਂ ਸੀ, ਜਦ ਕਿ ਵਿਚਲੀ ਗੱਲ ਤਾਂ ਕੇਵਲ ਰਿੰਮੀ ਹੀ ਜਾਣਦੀ ਸੀ ਕਿ ਉਹ ਉਹਨਾਂ ਦੇ ਕੋਲ ਰਹਿਣਾ ਨਹੀਂ ਸੀ ਚਾਹੁੰਦੀ। ਰਿੰਮੀ ਦਰਅਸਲ ਸੁਖਦੇਵ ਦੇ ਮਾਂ ਪਿਓ ਦੀ ਨਹੀਂ, ਸਗੋਂ ਨਿਰੀ ਸੁਖਦੇਵ ਦੀ ਪਸੰਦ ਸੀ। ਦੋਹਾਂ ਦੀ ਮੁਲਾਕਾਤ ਪਹਿਲੀ ਵਾਰ ਚੰਡੀਗੜ੍ਹ ਨੇੜੇ ਪੈਂਦੇ ਕਿਸੇ ਦਫ਼ਤਰ ਵਿੱਚ ਹੋਈ ਸੀ, ਜਿੱਥੇ ਕਿ ਸੁਖਦੇਵ ਪਹਿਲਾਂ ਤੋਂ ਹੀ ਕੰਮ ਕਰਦਾ ਸੀ। ਓ ਐਮ ਸੋ ਸੌਰੀ, ਮੇਰਾ ਧਿਆਨ ਨਹੀਂ ਸੀ ਐਕਚੁਅਲੀ। ਦਫ਼ਤਰ ਵਿੱਚ ਰਿੰਮੀ ਦਾ ਪਹਿਲਾ ਦਿਨ ਸੀ। ਉਹ ਆਪਣੇ ਕਾਗਜ਼ ਪੱਤਰ ਸਮੇਟਣ ਵਿੱਚ ਇੰਨੀ ਉਲਝੀ ਪਈ ਸੀ ਕਿ ਉਸਦਾ ਧਿਆਨ ਹੋਰ ਕਿਸੇ ਪਾਸੇ ਜਾ ਹੀ ਨਹੀਂ ਸੀ ਰਿਹਾ। ਇਸੇ ਉਲਝਣ ਵਿੱਚ ਰਿੰਮੀ ਸਾਹਮਣੇ ਆਉਂਦੇ ਸੁਖਦੇਵ ਨਾਲ ਜਾ ਟਕਰਾਈ। ਇਟਸ ਓਕੇ ਜੀ, ਲਿਓ ਮੈਂ ਇਕੱਠੇ ਕਰ ਦਿੰਨਾ। ਦੋਵਾਂ ਦੀ ਹੋਈ ਇਸ ਅਚਾਨਕ ਟੱਕਰ ਨਾਲ ਇੱਕ ਧਿਰ ਨੂੰ ਤੇ ਨਫਾ ਤੇ ਇੱਕ ਨੂੰ ਨੁਕਸਾਨ ਹੋਇਆ ਸੀ। ਨਫਾ ਅਸਲ ਸੁਖਦੇਵ ਦੇ ਹਿੱਸੇ ਆਇਆ ਸੀ, ਕਿਉਂ ਜੋ ਰਿੰਮੀ ਦੀ ਦਫ਼ਤਰ ਵਿੱਚ ਪਹਿਲੀ ਮੁਲਾਕਾਤ ਸੁਖਦੇਵ ਨਾਲ ਹੋਈ ਸੀ। ਸੁਖਦੇਵ ਪਹਿਲੀ ਨਜ਼ਰੇ ਹੀ ਰਿੰਮੀ ਤੇ ਮਰ ਮਿਟਿਆ ਸੀ। ਦੂਜਾ ਇਹ ਕਿ ਉਹਦੇ ਦਫ਼ਤਰ ਵਿੱਚ ਰਿੰਮੀ ਜਿੰਨੀ ਹਸੀਨ ਔਰਤ ਹੋਰ ਕੋਈ ਦੂਜੀ ਹੈ ਵੀ ਨਹੀਂ ਸੀ। ਸੋ ਰਿੰਮੀ ਨੂੰ ਲੈ ਕੇ ਉਸਦਾ ਵਿਚਾਰ ਸੀ ਕਿ ਰਿੰਮੀ ਯਕੀਨਨ ਹੀ ਉਸਦੀ ਵਧੀਆ ਦੋਸਤ ਬਣ ਜਾਵੇਗੀ, ਜਦ ਕਿ ਜੇ ਕੋਈ ਨੁਕਸਾਨ ਹੋਇਆ ਸੀ ਤਾਂ ਰਿੰਮੀ ਦਾ, ਕਿਉਂ ਜੋ ਇਸ ਟੱਕਰ ਨਾਲ ਉਹਦੇ ਸੈਟਲ ਕੀਤੇ ਸਾਰੇ ਦਸਤਾਵੇਜ਼ ਦਾ ਡਾਕੂਮੈਂਟਸ ਖਿੰਡ ਪੁੰਡ ਜੋ ਗਏ ਸਨ। ਸ਼ੁਕਰੀਆ ਸਰ। ਜ਼ਮੀਨ ਤੇ ਖਿਲਰੇ ਕਾਗਜ਼ਾਂ ਨੂੰ ਇਕੱਠਿਆਂ ਕਰਦਿਆਂ ਰਿੰਮੀ ਨੇ ਸੁਖਦੇਵ ਵੱਲ ਬਿਨਾਂ ਵੇਖੇ ਸ਼ੁਕਰੀਆ ਅਦਾ ਕੀਤਾ। ਹੁਣ ਆਪ ਹੀ ਉਹ ਕਰ ਲਿਓ ਇਕੱਠੇ, ਮੈਂ ਮੂੰਹ ਨਹੀਂ ਕਰਦਾ, ਅੱਗੋਂ ਸੁਖਦੇਵ ਨੇ ਬੜਾ ਹੀ ਆਕੜ ਕੇ ਜੇ ਜਵਾਬ ਦਿੱਤਾ। ਕੀ ਹੋਇਆ ਸਰ, ਮੈਂ ਕੁਝ ਗਲਤ ਕਹਿਤਾ? ਇੱਧਰ ਰਿੰਮੀ ਸੁਖਦੇਵ ਦੇ ਰਵੱਈਏ ਤੇ ਹੈਰਾਨ ਹੋਈ ਉਹਦੇ ਮੂੰਹ ਵੱਲ ਬਿਟਰ ਬਿਟਰ ਝਾਕਣ ਲੱਗੀ। ਫਿਰ ਤੋਂ ਸਰ, ਜੇ ਸਾਰੀ ਕਹਿਣਾ ਇਹ ਤਾਂ ਮੈਂ ਚੱਲਿਆ, ਸੁਖਦੇਵ ਨੇ ਰੱਤਾ ਕੋ ਨਾਰਾਜ਼ਗੀ ਵਿਖਾਉਂਦਿਆਂ ਕਿਹਾ। ਨਹੀਂ ਸਰ ਨਹੀਂ, ਆਈ ਮੀਨ ਸੌਰੀ। ਹੁਣ ਪੱਕਾ ਨਹੀਂ ਸਰ ਕਹਿੰਦੀ। ਰਿੰਮੀ ਨੂੰ ਲੱਗਿਆ ਜਿਵੇਂ ਸੁਖਦੇਵ ਸੱਚੂ ਹੀ ਗੰਭੀਰ ਹੋ ਚੱਲਿਆ ਸੀ। ਉਹ ਨਾ ਨਾ, ਸੌਰੀ ਤਾਂ ਮੈਂ ਜੀ, ਦਰਅਸਲ ਮੈਂ ਤਾਂ ਬਸ ਤੁਹਾਡੇ ਨਾਲ ਮਜ਼ਾਕ ਪਿਆ ਕਰਦਾ ਸੀ। ਸੁਖਦੇਵ ਨੇ ਆਪਣੀ ਗਲਤੀ ਮੰਨੀ। ਕੀ ਸਰ, ਤੁਸੀਂ ਤਾਂ ਮੈਨੂੰ ਡਰਾ ਹੀ ਛੱਡਿਆ ਸੀ। ਰਿੰਮੀ ਮਸੀਂ ਖੁਦ ਨੂੰ ਸਹਿਜ ਕਰ ਪਾਈ ਸੀ। ਉਹ ਤੁਸੀਂ ਡਰੋ ਨਾ ਮੈਡਮ ਜੀ, ਨਾਲੇ ਮਜ਼ਾਕ ਮਜੂਕ ਤਾਂ ਕਰਦੇ ਰਹਿਣਾ ਚਾਹੀਦਾ। ਚਲੋ ਆਓ ਤੁਹਾਨੂੰ ਤੁਹਾਡਾ ਕੈਬਿਨ ਵਿਖਾਵਾਂ। ਆ ਕੇ ਸੁਖਦੇਵ ਰਿੰਮੀ ਨੂੰ ਉਹਦੇ ਕੈਬਿਨ ਵਿੱਚ ਛੱਡਣ ਲਈ ਚਲਾ ਗਿਆ। ਥੈਂਕ ਯੂ ਸਰ। ਜਾਂਦੀ ਵੇਰਾ ਵੀ ਰਿੰਮੀ ਸੁਖਦੇਵ ਨੂੰ ਸਰ ਕਹਿ ਕੇ ਹੀ ਮੁਖਾਤਿਬ ਹੋਈ। ਜਾਓ, ਮੈਂ ਨਹੀਂ ਬੋਲਣਾ ਹੁਣ ਤੁਹਾਡੇ ਨਾਲ। ਸੁਖਦੇਵ ਨੇ ਉੱਪਰੀ ਨਾਰਾਜ਼ਗੀ ਜ਼ਾਹਿਰ ਕੀਤੀ। ਓ ਸੌਰੀ, ਮੈਂ ਸੱਚਿਓਂ ਭੁੱਲ ਗਈ ਸੀ। ਚਲੋ ਹੁਣ ਤੋਂ ਸਰ ਨਹੀਂ ਕਹਿੰਦੀ। ਰਿੰਮੀ ਆਪਣੇ ਦੋਵੇਂ ਕੰਨ ਫੜ ਕੇ ਖੜੀ ਸੀ। ਵੈਸੇ ਮੇਰਾ ਨਾਂ ਸੁਖਦੇਵ ਏ, ਤੁਸੀਂ ਜੇ ਚਾਹੋ ਤਾਂ ਸੁਖ ਵੀ ਕਹਿ ਸਕਦੇ ਹੋ। ਸੁਖਦੇਵ ਨੇ ਆਪਣੇ ਨਾਂ ਤੇ ਆਪ ਹੀ ਝਾੜਨਾ ਪਾਇਆ। ਜੇ ਦੇਵ ਕਿਹਾ ਕਰਾਂ ਫੇਰ? ਰਿੰਮੀ ਮੱਠਾ ਜਿਹਾ ਮੁਸਕਰਾਈ। ਹਾਂ ਠੀਕ ਏ, ਕਹਿ ਲਓ ਜੋ ਕਹਿਣਾ। ਸੁਖਦੇਵ ਨੇ ਵੀ ਅੱਗੋਂ ਸਹਿਮਤੀ ਭਰੀ। ਉਸ ਦਿਨ ਤੋਂ ਮਗਰੋਂ ਹੁਣ ਰੋਜ਼ ਹੀ ਦੋਵਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ। ਦੋਵੇਂ ਚੰਗੇ ਦੋਸਤ ਬਣ ਗਏ। ਹੁਣ ਤਾਂ ਉਹ ਬਾਹਰ ਵੀ ਇਕੱਠੇ ਆਉਣ ਜਾਣ ਲੱਗ ਪਏ, ਕਦੇ ਸ਼ਾਪਿੰਗ ਮਾਲ, ਕਦੇ ਮੂਵੀ ਤੇ ਕਦੇ ਕਿਸੇ ਰੈਸਟੋਰੈਂਟ। ਚੰਡੀਗੜ੍ਹ ਦੀ ਸੁਖਨਾ ਲੇਕ ਤੇ ਉਹ ਕਾਫੀ ਦਫਾ ਮਿਲ ਚੁੱਕੇ ਸਨ। ਅਕਸਰ ਉਹ ਇੱਥੇ ਸ਼ਾਮ ਵੇਲੇ ਹੀ ਆਉਂਦੇ ਤੇ ਫਿਰ ਘੰਟਿਆਂ ਬੱਧੀ ਲੇਕ ਦੇ ਕਿਨਾਰੇ ਹੱਥਾਂ ਵਿੱਚ ਹੱਥ ਪਾਈ ਟਹਿਲਦੇ ਰਹਿੰਦੇ। ਤੇ ਕਦੇ ਸੁਖਦੇਵ ਰਿੰਮੀ ਨੂੰ ਛੇੜਦੇ ਹੋਏ ਆਖਦਾ, ਰਿੰਮੀ ਆਪਾਂ ਇੱਥੇ ਹੀ ਨਾ ਘਰ ਵਸਾ ਲਈਏ। ਅੱਗੋਂ ਰਿੰਮੀ ਵੀ ਸੁਖਦੇਵ ਦੀ ਗੱਲ ਦਾ ਜਵਾਬ ਉਸੇ ਦੇ ਲਹਿਜੇ ਵਿੱਚ ਦਿੰਦੀ ਹੋਈ ਕਹਿੰਦੀ, ਕਿੱਥੇ, ਝੀਲ ਅੰਦਰ। ਇਸੇ ਤਰ੍ਹਾਂ ਹੱਸਦੇ ਹਸਾਉਂਦੇ ਦੋਵਾਂ ਦੇ ਦਿਨ ਗੁਜ਼ਰਦੇ ਗਏ। ਇੱਕ ਦਿਨ ਸੁਖਦੇਵ ਰਿੰਮੀ ਨੂੰ ਲੈ ਕੇ ਕਿਸੇ 5 ਸਟਾਰ ਹੋਟਲ ਵਿੱਚ ਮਿਲਿਆ। ਵਾਹ ਦੇਵ, ਹੋਟਲ ਤਾਂ ਬੜਾ ਸੋਹਣਾ, ਪਰ ਇਹ ਹੋਟਲ ਕਾਫੀ ਮਹਿੰਗਾ ਲੱਗਦਾ। ਅੱਜ ਕੁਝ ਖਾਸ ਹੈ ਕਿ? ਰਿੰਮੀ ਮਹਿੰਗੇ ਹੋਟਲ ਦੀ ਚਕਾਚੌਂਧ ਦੇਖਦੀ ਹੀ ਰਹਿ ਗਈ ਸੀ। ਹਾਂ ਰਿੰਮੀ, ਦਰਅਸਲ ਮੈਂ ਤੈਨੂੰ ਦੱਸਣਾ ਸੀ ਕਿ ਬੌਸ ਨੇ ਮੇਰੀ ਪ੍ਰਮੋਸ਼ਨ ਕਰ ਦਿੱਤੀ ਹੈ। ਹੁਣ ਮੈਂ ਕੰਪਨੀ ਵਿੱਚ ਪਹਿਲਾਂ ਤੋਂ ਵੀ ਵੱਡੀ ਪੋਸਟ ਤੇ ਕੰਮ ਕਰਾਂਗਾ।
ਆਖਦੇ ਹੋਏ ਸੁਖਦੇਵ ਨੇ ਰਿੰਮੀ ਨੂੰ ਆਪਣੇ ਕਲਾਵੇ ਵਿੱਚ ਭਰ ਲਿਆ। ਵਾਹ ਜੀ ਵਾਹ, ਪ੍ਰਮੋਸ਼ਨ, ਤਾਈਓ ਇੰਨੇ ਖਰਚੇ ਹੋ ਰਹੇ ਨੇ। ਮੁਬਾਰਕਾਂ ਦੇਵ ਜੀ, ਰੱਬ ਕਰੇ ਤੁਸੀਂ ਏਦਾਂ ਹੀ ਤਰੱਕੀਆਂ ਕਰਦੇ ਰਹੋ। ਸੁਖਦੇਵ ਦੀ ਤਰੱਕੀ ਨਾਲ ਰਿੰਮੀ ਵੀ ਉਸ ਦਿਨ ਬਹੁਤ ਖੁਸ਼ ਹੋਈ ਸੀ। ਘਰ ਜਾਂਦੇ ਹੀ ਉਸਨੇ ਇਹ ਗੱਲ ਫੋਨ ਤੇ ਆਪਣੀ ਭੈਣ ਤਾਰੋ ਨੂੰ ਦੱਸੀ। ਲੈ ਫੇਰ ਤਾਂ ਮੇਰੀ ਭੈਣ ਐਸ਼ ਕਰੇਗੀ, ਐਸ਼। ਅੱਛਾ, ਹੁਣ ਇਹ ਦੱਸ ਜੀਜਾ ਜੀ ਨੂੰ ਘਰੇ ਕਦੋਂ ਲਿਆਉਣਾ? ਤਾਰੋ ਨੇ ਅਸਲ ਰਿੰਮੀ ਦੇ ਮੂੰਹ ਦੀ ਗੱਲ ਹੀ ਖੋਹ ਲਈ ਸੀ। ਹਾਂ ਤਾਰੋ, ਜੀ ਤਾਂ ਮੇਰਾ ਵੀ ਬੜਾ ਕਰਦਾ ਹੈ ਕਿ ਅੱਜ ਹੀ ਸਭ ਨੂੰ ਸਭ ਕੁਝ ਦੱਸ ਦਿਆਂ, ਪਰ ਡਰ ਵੀ ਲੱਗਦਾ ਹੈ। ਤੈਨੂੰ ਡੈਡੀ ਜੀ ਦੇ ਸੁਭਾਅ ਦਾ ਪਤਾ ਹੀ ਹੈ ਨਾ, ਕਿਤੇ ਮਿਲਣ ਤੋਂ ਪਹਿਲਾਂ ਹੀ ਨਾ ਕਰ ਦੇਣ। ਰਿੰਮੀ ਨੇ ਤਾਰੋ ਅੱਗੇ ਆਪਣੇ ਮਨ ਦਾ ਸੁਭਾਵਿਕ ਡਰ ਕਹਿ ਸੁਣਾਇਆ। ਹਾਂ ਭੈਣ, ਇਹ ਤਾਂ ਹੈ, ਪਰ ਚੱਲ ਤੂੰ ਗੱਲ ਤਾਂ ਕਰ, ਕੀ ਪਤਾ ਮੰਨ ਹੀ ਜਾਣ। ਨਾਲੇ ਮਾਪਿਆਂ ਦੀ ਖੁਸ਼ੀ ਤਾਂ ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਹੁੰਦੀ ਹੈ। ਐਤਕੀ ਰਿੰਮੀ ਨੂੰ ਵੀ ਹੌਸਲਾ ਹੋਇਆ, ਸੋ ਉਸਨੇ ਆਉਂਦੇ ਐਤਵਾਰ ਪਿੰਡ ਆਉਣ ਦਾ ਕਹਿ ਕੇ ਫੋਨ ਰੱਖ ਦਿੱਤਾ। ਬਚਪਨ ਤੋਂ ਹੀ ਰਿੰਮੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਆ ਰਹੀ ਸੀ। ਪੜ੍ਹਨ ਵਿੱਚ ਹੁਸ਼ਿਆਰ ਸੀ ਤਾਂ ਘਰਦਿਆਂ ਨੇ ਚੰਡੀਗੜ੍ਹ ਪੜ੍ਹਨ ਲਗਾ ਦਿੱਤੀ। ਡਿਗਰੀ ਉਸਨੇ ਚੰਡੀਗੜ੍ਹ ਤੋਂ ਹੀ ਕੀਤੀ। ਉਸਦੀ ਕਿਸਮਤ ਚੰਗੀ ਨਿਕਲੀ ਜੋ ਪੜ੍ਹਾਈ ਖਤਮ ਹੁੰਦਿਆਂ ਹੀ ਉਸਨੂੰ ਨੌਕਰੀ ਵੀ ਮਿਲ ਗਈ। ਮੌਜੂਦਾ ਸਮੇਂ ਉਹ ਚੰਡੀਗੜ੍ਹ ਤੋਂ ਥੋੜ੍ਹੀ ਹੀ ਦੂਰ ਕਿਸੇ ਪਿੰਡ ਵਿੱਚ ਬਣੀ ਕਲੋਨੀ ਵਿੱਚ ਬਤੌਰ ਪੇਇੰਗ ਗੈਸਟ ਰਹਿ ਰਹੀ ਸੀ, ਜਿੱਥੇ ਰਿੰਮੀ ਪੜ੍ਹਨ ਵਿੱਚ ਹੁਸ਼ਿਆਰ ਅਤੇ ਵਿਵਹਾਰ ਪੱਖੋਂ ਤੇਜ਼ ਤਰਾਰ ਸੀ। ਉੱਥੇ ਉਹਦੀ ਭੈਣ ਤਾਰੋ ਬੜੀ ਹੀ ਭੋਲੀ ਤੇ ਸਿੱਧਰ ਜਨਾਨੀ ਸੀ। ਬਚਪਨ ਤੋਂ ਹੀ ਪੜ੍ਹਾਈ ਵਿੱਚ ਉਸਦੀ ਕੋਈ ਰੁਚੀ ਨਹੀਂ ਸੀ ਰਹੀ। ਹਾਂ, ਘਰ ਦੇ ਕੰਮ ਕਾਜ ਕਰਨੇ ਉਹ ਸਾਰੇ ਜਾਣਦੀ ਸੀ। ਸੁਖਦੇਵ ਦੀ ਪ੍ਰਮੋਸ਼ਨ ਤੋਂ ਬਾਅਦ ਰਿੰਮੀ ਤੇ ਸੁਖਦੇਵ ਦੋਵਾਂ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਆਪਣੇ ਆਪਣੇ ਘਰਦਿਆਂ ਨੂੰ ਆਪਣੇ ਰਿਸ਼ਤੇ ਬਾਰੇ ਸਭ ਕੁਝ ਸੱਚੋ ਸੱਚ ਦੱਸ ਦੇਣਗੇ ਕਿ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ, ਇੱਕ ਦੂਜੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੇ ਹਨ। ਸੋ ਪ੍ਰਮੋਸ਼ਨ ਦੇ ਇੱਕ ਹਫ਼ਤੇ ਮਗਰੋਂ ਦੋਵਾਂ ਨੇ ਆਪਣੇ ਆਪਣੇ ਘਰ ਆਪਣੇ ਵਿਆਹ ਦੀ ਗੱਲ ਛੇੜੀ। ਨਾ ਹੁਣ ਤੂੰ ਇੰਨੀ ਸਿਆਣੀ ਹੋ ਗਈ ਏ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਆਪ ਲੈਣ ਲੱਗ ਪਈ। ਅਸੀਂ ਮਰ ਗਏ ਹਾਂ ਦੱਸ। ਘਰ ਆਉਣ ਤੇ ਰਿੰਮੀ ਨੇ ਜਦ ਆਪਣੇ ਮੂੰਹੋਂ ਆਪਣੇ ਵਿਆਹ ਦੀ ਗੱਲ ਆਖੀ ਤਾਂ ਉਹਦੀ ਮਾਂ ਨੇ ਉਸਨੂੰ ਰਲਿਆ ਮਿਲਿਆ ਜਿਹਾ ਜਵਾਬ ਦਿੱਤਾ। ਹਾਂ ਤਾਂ ਮਾਂ, ਹਾਂ, ਜ਼ਿੰਦਗੀ ਦੇ ਫੈਸਲੇ ਤਾਂ ਆਪ ਹੀ ਲੈਣੇ ਚਾਹੀਦੇ ਨਾ। ਤੇ ਵਿਆਹ ਤਾਂ ਮਾਂ ਰਿਸ਼ਤਾ ਹੀ ਦੋ ਰੂਹਾਂ ਦਾ ਹੁੰਦਾ ਏ। ਇਸ ਵਿੱਚ ਭਲਾ ਸਮਾਜ ਦਾ ਕੀ ਕੰਮ? ਜੇ ਦੋ ਰੂਹਾਂ ਇੱਕ ਦੂਜੇ ਨੂੰ ਜਾਣਦੀਆਂ ਨੇ, ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ, ਤਾਂ ਉਹਨਾਂ ਦੇ ਆਪਸੀ ਬੰਧਨ ਵਿੱਚ ਕੀ ਬੁਰਾਈ ਏ? ਨਾਲੇ ਮਾਂ, ਤੁਸੀਂ ਮੈਨੂੰ ਇੰਨਾ ਪੜ੍ਹਾਇਆ ਲਿਖਾਇਆ, ਆਪਣੇ ਪੈਰਾਂ ਤੇ ਖੜਾ ਕੀਤਾ, ਕੀ ਉਹ ਇਸ ਲਈ ਕੀ ਵਕਤ ਆਉਣ ਤੇ ਮੈਂ ਆਪਣੇ ਫੈਸਲੇ ਵੀ ਆਪ ਨਾ ਲੈ ਸਕਾਂ? ਜੇ ਮੇਰੀ ਜ਼ਿੰਦਗੀ ਦੇ ਸਾਰੇ ਫੈਸਲੇ ਤੁਸੀਂ ਹੀ ਲੈਣੇ ਸੀ ਤਾਂ ਮੈਨੂੰ ਮੇਰੀ ਸ਼ਖਸੀ ਆਜ਼ਾਦੀ ਦੇ ਵੱਡੇ ਵੱਡੇ ਸੁਪਨੇ ਕਿਉਂ ਸੀ ਵਿਖਾਏ, ਜਦ ਕਿ ਮੇਰੇ ਇਹਨਾਂ ਸੁਪਨਿਆਂ ਦਾ ਕੋਈ ਸਵੇਰਾ ਹੀ ਨਹੀਂ ਸੀ? ਕਿਉਂ ਅੱਧੀ ਰਾਤ ਦੇ ਟੁੱਟੇ ਸੁਪਨੇ ਵਾਂਗਰ ਮੇਰੀਆਂ ਵੀ ਸਦਰਾਂ ਦਾ ਕਤਲ ਕਰ ਰਹੀ ਹੈ ਮਾਂ? ਕਿਉਂ ਮੈਨੂੰ ਸਦੀਆਂ ਤੋਂ ਚੱਲੀਆਂ ਆ ਰਹੀਆਂ ਅਖੌਤੀ ਰੀਝਾਂ ਵਿੱਚ ਬੰਨ੍ਹਣ ਤੇ ਰੱਖਣਾ ਚਾਹੁੰਦੀ ਹੈ? ਕਿਉਂ ਨਹੀਂ ਮੈਨੂੰ ਆਜ਼ਾਦ ਹੋਣ ਦੇ ਰਹੀ? ਕਿਉਂ ਮਾਂ, ਕਿਉਂ? ਆਖਦੀ ਰਿੰਮੀ ਰੋਣ ਹਾਕੀ ਹੋ ਗਈ। ਕਿਹੜੀ ਆਜ਼ਾਦੀ ਦੀ ਗੱਲ ਕਰਦੀ ਹੈ ਧੀਏ? ਕਿਹੜਾ ਸਮਾਜ ਮਨਾ ਮੂੰਹੀ ਪਾ ਰੱਖ ਕੇ ਨਵ ਜੰਮੀ ਬੱਚੀ ਨੂੰ ਵੀ ਨਿੰਦਦਾ ਰਿਹਾ ਏ, ਤਿਰਸਕਾਰਦਾ ਰਿਹਾ? ਉਸ ਤੋਂ ਭਾਲਦੀ ਹੈ ਆਜ਼ਾਦੀ, ਜਿਹੜਾ ਔਰਤ ਨੂੰ ਤਾਂ ਉਹਦੇ ਪੇਕਿਆਂ ਦੀ ਤੇ ਨਾ ਸਹੁਰਿਆਂ ਦੀ ਦੱਸਦਾ ਏ। ਉਸ ਤੋਂ ਭਾਲਦੀ ਹੈ ਇਨਸਾਫ। ਬੇਸ਼ੱਕ ਅੱਜ ਸਮਾਂ ਬਦਲ ਗਿਆ ਏ, ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਬਣਾ ਲਏ ਗਏ ਨੇ, ਵੱਖੋ ਵੱਖ ਵਿਭਾਗਾਂ ਵਿੱਚ ਉਹਨਾਂ ਲਈ ਰਾਖਵਾਂਕਰਨ ਵੀ ਹੈ, ਪਰ ਸਮਾਜਿਕ ਲੋਕ ਰੀਤਾਂ ਇਹ ਹਲੇ ਵੀ ਕਾਨੂੰਨ ਤੋਂ ਕੋਈ ਵੱਖਰੀ ਸ਼ੈ ਬਣ ਕੇ ਵਿਚਰ ਰਹੀਆਂ ਨੇ। ਅੱਜ ਇਹਨਾਂ ਸੰਸਕਾਰਾਂ ਨੂੰ ਤੂੰ ਅਖੌਤੀ ਆਖਦੀ ਏ? ਦੱਸਦੀ ਇਹ ਸਭ ਦਿਖਾਵਾ ਲੋਕਾਂ ਲਈ ਤਾਂ ਇਹੀ ਉਹਨਾਂ ਦੀ ਜ਼ਿੰਦਗੀ ਏ, ਉਹਨਾਂ ਦੇ ਜਿਉਣ ਦਾ ਢੰਗ। ਕਿੰਨੀ ਦੇਰ ਤੋਂ ਚੁੱਪ ਖੜਾ ਰਿੰਮੀ ਦਾ ਪਿਓ ਦਲੀਲਬਾਜ਼ੀ ਦੇ ਉੱਤਰ ਆਇਆ ਸੀ, ਜਿਵੇਂ ਰਿੰਮੀ ਨੂੰ ਉਹਦੀ ਇੱਟ ਦਾ ਜਵਾਬ ਪੱਥਰ ਨਾ ਦੇਣਾ ਚਾਹੁੰਦਾ ਹੋਵੇ। ਪਰ ਡੈਡੀ ਜੀ, ਰਿੰਮੀ ਹਲੇ ਵੀ ਲੱਗਦੀ ਵਾਹ ਆਪਣੀ ਗੱਲ ਮਨਵਾਉਣਾ ਚਾਹੁੰਦੀ ਸੀ। ਬਸ ਧੀਏ ਬਸ, ਆਹ ਹੱਥ ਬੰਨੇ ਤੇਰੇ। ਜੇ ਸਾਡਾ ਤੈਨੂੰ ਥੋੜ੍ਹਾ ਬਹੁਤਾ ਵੀ ਫਿਕਰ ਹੈ ਤਾਂ ਆਪਣੀਆਂ ਮਨ ਦੀਆਂ ਆਈਆਂ ਨਾ ਕਰੀ। ਤੇਰਾ ਵਿਆਹ ਅਸੀਂ ਆਪ ਹੀ ਕਰਵਾਵਾਂਗੇ, ਤੇ ਉਹ ਵੀ ਆਪਣੀ ਜਾਤ ਵਿੱਚ। ਰਿੰਮੀ ਦੇ ਪਿਓ ਨੇ ਐਤਕੀ ਮੁੱਕ ਦੀ ਗੱਲ ਕੀਤੀ। ਉਧਰ ਸੁਖਦੇਵ ਦੇ ਘਰ ਵੀ ਇਹੀ ਸਭ ਹਾਲ ਸੀ। ਸੁਖਦੇਵ ਸਰਦੇ ਪੁੱਜਦੇ ਜੱਟਾਂ ਦਾ ਮੁੰਡਾ ਸੀ। ਘਰ ਵਿੱਚ ਕਿਸੇ ਕਿਸਮ ਦੀ ਕੋਈ ਤੰਗੀ ਪੇਸ਼ੀ ਵੀ ਨਹੀਂ ਸੀ। ਇਲਾਕੇ ਵਿੱਚ ਵਧੀਆ ਨਾਮ ਸੀ। ਪਿੰਡ ਦਾ ਹਰੇਕ ਜੀ ਆਖ ਕੇ
ਸੱਦਦਾ ਸੀ। ਨਾ ਤੈਨੂੰ ਹੋਰ ਨਹੀਂ ਮਿਲੀ ਕੋਈ? ਪਤਾ ਵੀ ਹੈ ਕੁੜੀ ਕਿਹੜੀ ਜਾਤ ਦੀ ਹੈ? ਭਾਈ ਸਾਥੋਂ ਤਾਂ ਨਹੀਂ ਵੇਖ ਕੇ ਮੱਖੀ ਨਿਗਲ ਜਾਂਦੀ। ਸੁਖਦੇਵ ਨੇ ਪਾਪੇ ਨੇ ਦੋ ਟੁਕ ਫੈਸਲਾ ਸੁਣਾਉਂਦਿਆਂ ਕਿਹਾ। ਕਿਉਂ? ਹੋਰ ਜਾਤ ਦਾ ਹੋਣਾ ਕੀ ਗੁਨਾਹ ਹੈ ਕੋਈ? ਕੀ ਉਹ ਇਨਸਾਨ ਨਹੀਂ? ਕੀ ਉਹਨਾਂ ਨੂੰ ਵੀ ਸਮਾਜ ਵਿੱਚ ਸਾਡੇ ਤਰੀਕੇ ਜਿਉਣ ਦਾ ਹੱਕ ਨਹੀਂ? ਕੀ ਦਲਿਤ ਹੋਣਾ ਪਾਪ ਹੈ? ਕੀ ਨੀਵੀਂ ਜਾਤ ਦੇ ਲੋਕ ਉੱਚੇ ਖ਼ਵਾਬ ਨਹੀਂ ਸਿਰਜ ਸਕਦੇ? ਕੀ ਉਹਨਾਂ ਦਾ ਹੱਕ ਨਹੀਂ ਕਿ ਉੱਚੇ ਅਹੁਦਿਆਂ ਤੇ ਬਹਿਣ, ਆਪਣੇ ਜੀਵਨ ਸਾਥੀ ਦੀ ਪਸੰਦ ਆਪ ਕਰ ਸਕਣ, ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕਣ? ਕੀ ਇੱਕ ਉੱਚੀ ਜਾਤ ਵਾਲਾ ਨੀਵੀਂ ਜਾਤ ਵਾਲੇ ਨੂੰ ਪਸੰਦ ਨਹੀਂ ਕਰ ਸਕਦਾ? ਜੇ ਕਰ ਸਕਦਾ ਤਾਂ ਉਸ ਨਾਲ ਵਿਆਹ ਕਿਉਂ ਨਹੀਂ ਕਰਵਾ ਸਕਦਾ? ਆਖਰ ਉਹ ਵੀ ਤਾਂ ਲੋਕ ਸਾਡੇ ਵਰਗੇ ਹੀ ਨੇ, ਕੋਈ ਉੱਪਰੇ ਗ੍ਰਹਿ ਤੋਂ ਤਾਂ ਨਹੀਂ ਆਏ। ਫਿਰ ਇਹ ਸਭ ਵਿਤਕਰਾ ਕਿਉਂ? ਕੀ ਬੰਦੇ ਦੀ ਜਾਤ ਹੀ ਉਹਦੇ ਚੰਗੇ ਜਾਂ ਮਾੜੇ ਹੋਣ ਦਾ ਸਬੂਤ ਹੈ? ਕਿ ਉਹਦੇ ਆਪਣੇ ਗੁਣ, ਉਹਦੀ ਆਪਣੀ ਕਾਬਲੀਅਤ ਕੁਝ ਵੀ ਨਹੀਂ? ਕੀ ਸਮਾਜ ਵਿੱਚ ਆਪਣੇ ਜਿਹਿਆਂ ਨੂੰ ਚੁਣਨਾ ਇੰਨਾ ਜ਼ਰੂਰੀ ਹੈ? ਜੇ ਜ਼ਰੂਰੀ ਹੀ ਹੈ ਤਾਂ ਲੋਕ ਆਪਣੇ ਤੋਂ ਵੱਖਰੇ ਲੋਕਾਂ ਨਾਲ ਕਿਉਂ ਵਿਚਰਦੇ ਨੇ? ਕਿਉਂ ਉਹਨਾਂ ਨਾਲ ਮੇਲ ਜੋਲ ਰੱਖਦੇ ਨੇ? ਕਿਉਂ ਕਰਦੇ ਨੇ ਉਹਨਾਂ ਨਾਲ ਰਾਬਤਾ? ਕਿਉਂ ਸਾਂਝ ਪਾਉਂਦੇ ਨੇ? ਉਹਨਾਂ ਨਾਲ ਆਪਣੇ ਦੁੱਖ ਤਕਲੀਫਾਂ ਦੀ ਕਿਉਂ ਪਾਲਦੇ ਨੇ ਉਹਨਾਂ ਤੋਂ ਸਲਾਹ, ਮਦਦ ਤੇ ਹਮਦਰਦੀ? ਰਹੀ ਗੱਲ ਸਮਾਜ ਦੀ, ਤਾਂ ਸਮਾਜ ਤਾਂ ਬਣਦਾ ਹੀ ਵੱਖ-ਵੱਖ ਵਰਗਾਂ ਤੋਂ ਹੈ। ਫਿਰ ਇੱਕ ਵਿਅਕਤੀ ਦੇ ਸੰਦਰਭ ਵਿੱਚ ਇਹ ਸਮਾਜ ਇੰਨਾ ਵੱਖਰਾ ਕਿਵੇਂ ਹੋ ਜਾਂਦਾ ਹੈ? ਦੱਸੋ, ਹੈ ਕੋਈ ਜਵਾਬ? ਸੁਖਦੇਵ ਇੱਕੋ ਸਾਹੇ ਬੋਲਦਾ ਚਲਿਆ ਗਿਆ ਸੀ, ਜਿਵੇਂ ਉਸਦੇ ਅੰਦਰ ਮਾਦਾ ਸਾਲਾਂ ਦਾ ਹੀ ਦੱਬਿਆ ਪਿਆ ਹੋਵੇ। ਪੁੱਤ ਨੂੰ ਸਮਝਦਾ ਕਿਉਂ ਨਹੀਂ ਪਿਆ? ਅਸੀਂ ਕਿਹੜਾ ਤੇਰੇ ਦੁਸ਼ਮਣ ਆ? ਅਸੀਂ ਜੋ ਕਹਿ ਰਹੇ ਹਾਂ ਕਰ ਰਹੇ ਹਾਂ ਤੇਰੀ ਭਲਾਈ ਲਈ ਤਾਂ ਹੈ। ਕੱਲ ਨੂੰ ਮੰਨ ਲਾ ਜੇ ਤੁਹਾਡਾ ਵਿਆਹ ਵੀ ਹੋ ਗਿਆ, ਸ਼ਰੀਕਾਂ ਨੇ ਤਾਂ ਨਹੀਂ ਜਿਉਣ ਦੇਣਾ ਆਪਾਂ ਨੂੰ। ਲੋਕੀ ਮੂੰਹ ਨਾਲ ਮੂੰਹ ਜੋੜੀ ਗੱਲਾਂ ਕਰਦੇ ਰਹਿਣਗੇ, ਕਹਿਣਗੇ ਮੁੰਡੇ ਵਿੱਚ ਕੋਈ ਖੋਟ ਹੋਈ, ਵਰਨਾ ਸਰਦੇ ਪੁਰਦੇ ਪਰਿਵਾਰ ਨੂੰ ਨਾ ਕਿਹਨੇ ਕਰਨੀ ਸੀ। ਨਾਲੇ ਪੁੱਤ, ਸਾਡੇ ਬਾਬੇ ਦਾਦਿਆਂ ਨੇ ਜੋ ਰਸਮਾਂ ਰੀਤਾਂ ਬਣਾਈਆਂ, ਕੁਝ ਸੋਚ ਕੇ ਹੀ ਬਣਾਈਆਂ। ਕੱਲ ਨੂੰ ਜੇ ਪਰਾਈ ਧੀ ਸਾਡੇ ਪਰਿਵਾਰ, ਸਾਡੇ ਖਾਨਦਾਨ ਵਿੱਚ ਰਚੀ ਮਿਚੀ ਨਾ, ਤਾਂ ਫਿਰ? ਸੁਖਦੇਵ ਦੇ ਪਾਪੇ ਨੇ ਐਤਕੀ ਆਖਰੀ ਦਾ ਵਰਤਿਆ। ਇਹ ਕਹੋ ਕਿ ਤੁਸੀਂ ਉਸਨੂੰ ਐਡਜਸਟ ਕਰਨਾ ਹੀ ਨਹੀਂ ਚਾਹੁੰਦੇ। ਉਹ ਆਪਣੇ ਵਰਗੇ ਉੱਚੇ ਰੁਤਬੇ ਦੇ ਜੋ ਨਹੀਂ। ਮਾਫ਼ ਕਰਨਾ ਪਾਪਾ ਜੀ, ਪਰ ਸ਼ਾਇਦ ਇਹ ਗੱਲ ਤੁਸੀਂ ਆਪਣੀ ਸ਼ਾਨ ਨਾਲ ਜੋੜ ਰਹੇ ਹੋ। ਤੁਹਾਨੂੰ ਡਰ ਹੈ ਕਿ ਏਦਾਂ ਕੀਤਿਆਂ ਕਿਤੇ ਤੁਹਾਡੀ ਸ਼ਾਨ ਨਾ ਘਟ ਜਾਵੇ। ਵਰਨਾ ਸ਼ਰੀਕਾਂ ਦਾ ਕੀ ਹੈ? ਇਹਨਾਂ ਦਾ ਕੰਮ ਤਾਂ ਅਵਲ ਸਾੜਾ ਕਰਨਾ ਹੀ ਹੈ। ਆਖ ਕੇ ਸੁਖਦੇਵ ਗੁੱਸੇ ਵਿੱਚ ਅੱਗ ਬਬੂਲਾ ਹੋਇਆ ਬਾਹਰ ਚਲਾ ਗਿਆ। ਪਿੱਛੇ ਖੜੀ ਮਾਂ ਨੇ ਉਸਨੂੰ ਜਾਂਦੇ ਨੂੰ ਬਥੇਰਾ ਰੋਕਿਆ, ਪਰ ਸੁਖਦੇਵ ਕਿੱਥੇ ਰੁਕਣ ਵਾਲਾ ਸੀ। ਕ੍ਰੋਧ ਦੀ ਅਗਨੀ ਉਸ ਅੰਦਰ ਪ੍ਰਚੰਡ ਰੂਪ ਅਖਤਿਆਰ ਕਰ ਚੁੱਕੀ ਸੀ ਤੇ ਉਹ ਇਹ ਨਹੀਂ ਸੀ ਚਾਹੁੰਦਾ ਕਿ ਇਸ ਅਗਨੀ ਵਿੱਚ ਜਲਦਿਆਂ ਉਹਦੇ ਮੂੰਹੋਂ ਕੁਝ ਅਯੋਗ ਬੋਲਿਆ ਜਾਵੇ। ਵੇਖ ਲਿਆ ਸੁਖਦੇਵ ਦੀ ਮਾਂ, ਚਾਰ ਅੱਖਰ ਕੀ ਪੜ ਗਿਆ, ਖੁਦ ਨੂੰ ਬੜਾ ਸਮਝਦਾਰ ਦੱਸਦਾ ਹੈ। ਉਹਨੇ ਹੀ ਪੱਟੀ ਪੜਾ ਕੇ ਭੇਜਿਆ ਹੋਣਾ। ਨਾਲੇ ਹਲੇ ਕਿਹੜਾ ਵਿਆਹ ਹੋ ਗਿਆ, ਰਨ ਦਾ ਮਰੀਦ ਬਣਿਆ, ਆਪ ਬਾਪ ਨੂੰ ਟਿੱਚ ਨਹੀਂ ਸਮਝਦਾ। ਸਮਝਾ ਸਕਦੀ ਹੈ ਤਾਂ ਸਮਝਾ ਲੈ। ਅੱਜ ਮੇਰੇ ਨਾਲ ਔਖਾ ਹੋ ਕੇ ਬਾਹਰ ਨੂੰ ਵਗ ਗਿਆ ਏ, ਕੱਲ ਨੂੰ ਕਿਤੇ ਸਾਨੂੰ ਬੁੱਢੜਿਆਂ ਨੂੰ ਘਰ ਵਿੱਚੋਂ ਨਾ ਵਗਾ ਮਾਰੇ। ਫਿਰ ਬੈਠੀ ਰਹੀ ਆਪਣੇ ਕਰਮਾਂ ਨੂੰ ਕੋਸਦੀ। ਸੁਖਦੇਵ ਦੇ ਗੁੱਸੇ ਵਿੱਚ ਘਰ ਤੋਂ ਬਾਹਰ ਜਾਣ ਕਾਰਨ ਉਹਦਾ ਪਾਪਾ ਵੀ ਕਾਫੀ ਖਿਝ ਗਿਆ ਲੱਗਦਾ ਸੀ, ਜਦਕਿ ਇਸ ਖਿਝ ਦਾ ਅਸਲ ਕਾਰਨ ਕੁਝ ਹੋਰ ਸੀ, ਜਿਸ ਨੂੰ ਕਿ ਉਹ ਜ਼ਾਹਰ ਨਹੀਂ ਸੀ ਕਰ ਪਾ ਰਿਹਾ। ਰਾਤੀ ਸੁਖਦੇਵ ਘਰ ਦੇਰੀ ਨਾਲ ਆਇਆ। ਮਾਂ ਨੇ ਰੋਟੀ ਦਾ ਪੁੱਛਿਆ ਤਾਂ ਉਸਨੇ ਕੋਈ ਜਵਾਬ ਨਾ ਦਿੱਤਾ, ਬਸ ਭੁੱਖਾ ਪਾਣਾ ਆਪਣੇ ਕਮਰੇ ਵਿੱਚ ਜਾ ਕੇ ਪੈ ਗਿਆ। ਇੱਧਰ ਜਦ ਸੁਖਦੇਵ ਦੀ ਮਾਂ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ਸੁਖਦੇਵ ਦਾ ਪਾਪਾ ਵੀ ਹਲੇ ਤੱਕ ਸੁੱਤਾ ਨਹੀਂ ਸੀ। ਕੀ ਗੱਲ, ਸੁੱਤੇ ਨਹੀਂ ਤੁਸੀਂ? ਸੁਖਦੇਵ ਦੀ ਮਾਂ ਨੇ ਆਪਣੇ ਪਤੀ ਦੇ ਨੇੜੇ ਹੁੰਦਿਆਂ ਪੁੱਛਿਆ। ਨਹੀਂ, ਨੀਂਦ ਨਹੀਂ ਆ ਰਹੀ, ਇੱਕ ਸੰਖੇਪ ਜਿਹਾ ਜਵਾਬ ਦੇ ਗਿਆ ਸੁਖਦੇਵ ਨੇ। ਪਾਪੇ ਨੇ ਪਾਸਾ ਪਰਤ ਲਿਆ। ਕਿਉਂ ਨੀਂਦ ਕਿਉਂ ਨਹੀਂ ਆ ਰਹੀ? ਸਵੇਰ ਵਾਲੀਆਂ ਗੱਲਾਂ ਹੀ ਸੋਚੀ ਜਾ ਰਹੇ ਹੋ ਨਾ? ਜੀ ਮੈਂ ਕੀ ਕਹਿਨੀ ਆ, ਤੁਸੀਂ ਇਸ ਰਿਸ਼ਤੇ ਲਈ ਹਾਂ ਕਿਉਂ ਨਹੀਂ ਕਰ ਦਿੰਦੇ? ਆਖਰ ਨੂੰ ਸੁਖਦੇਵ ਆਪਣਾ ਕੱਲਾ ਕੱਲਾ ਤਾਂ ਪੁੱਤ ਵਾ, ਜੇ ਉਹਦੇ ਲਈ ਨਹੀਂ ਕਰਾਂਗੇ ਤਾਂ ਹੋਰ ਕਿਹਦੇ ਲਈ ਕਰਾਂਗੇ? ਕਰਾ ਲੈਣ ਦਿਓ ਵਿਆਹ ਜਿੱਥੇ ਕਹਿੰਦਾ ਵਾ। ਨਾਲੇ ਆਪਾਂ ਕਿਹੜਾ ਕਿਸੇ ਨੂੰ ਦੱਸਣਾ ਵੀ ਕੁੜੀ ਕਿਸ ਜਾਤ ਦੀ ਹੈ, ਆਖ ਦਿਆਂਗਾ ਕਿ ਜੱਟਾਂ ਦੀ ਉਹ ਹੈ। ਸੁਖਦੇਵ ਦੀ ਮਾਂ ਨੇ ਪਿਓ ਤੇ ਪੁੱਤ ਦੋਵਾਂ ਨੂੰ ਧਿਰਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ। ਤੇਰਾ ਦਿਮਾਗ ਤਾਂ ਟਿਕਾਣੇ ਹੈ,
ਕਿਉਂ ਜਿਹੀਆਂ ਗੱਲਾਂ ਕਰਨ ਰਹੀ ਏ? ਭਲਾ ਜਾਤ ਵੀ ਕਦੇ ਕਿਸੇ ਦੀ ਲੁਕਦੀ ਹੈ? ਮੰਨਿਆ ਚੱਲ ਅੱਜ ਲੁਕਾ ਲਏਂਗੀ, ਕੱਲ ਲੁਕਾ ਲਏਂਗੀ, ਪਰ ਪਰਸੋਂ? ਪਰਸੋਂ ਕੀ? ਇੱਕ ਨਾ ਇੱਕ ਦਿਨ ਤਾਂ ਲੋਕਾਂ ਨੂੰ ਪਤਾ ਲੱਗੇਗਾ ਹੀ। ਨਾਲੇ ਖੂਨ ਵਿੱਚ ਤਾਂ ਮੁੱਢੋਂ ਹੀ ਫਰਕ ਹੁੰਦੇ। ਭਗਵਾਨੇ, ਚੱਲ ਹੁਣ ਬਹੁਤੀਆਂ ਗੱਲਾਂ ਨਾ ਕਰ। ਸੌਂ ਜਾ, ਚੁੱਪ ਜਾ। ਪਹਿਲਾਂ ਹੀ ਸਿਰ 'ਚ ਬੜੀ ਪੀੜ ਹੋਣ ਡਈ ਪਈ ਏ ਮੇਰੇ। ਆ ਕੇ ਸੁਖਦੇਵ ਦਾ ਪਾਪਾ ਤਾਂ ਉਸ ਰਾਤ ਭਾਵੇਂ ਸੌਂ ਗਿਆ, ਪਰ ਸੁਖਦੇਵ ਦੀ ਮਾਂ ਉਹ ਸਾਰੀ ਰਾਤ ਨਹੀਂ ਸੀ ਸੌਂ ਪਾਈ। ਅਸਲ ਖੂਨ ਵਿੱਚ ਫਰਕ ਵਾਲੀ ਗੱਲ ਉਸਨੂੰ ਰੂਹ ਅੰਦਰ ਤੱਕ ਝੰਜੋੜਦੀ ਰਹੀ ਸੀ। ਸਵੇਰੇ 10:30 ਸੁਖਦੇਵ ਹੁਰਾਂ ਦੇ ਘਰ ਦੇ ਬੂਹੇ ਤੇ ਦਸਤਕ ਹੋਈ। ਇਹ ਹਰਚੰਦ ਸੀ, ਪਿੰਡ ਦਾ ਸਰਪੰਚ। ਉਹ ਆਓ ਸਰਪੰਚ ਸਾਹਿਬ, ਕਿਵੇਂ ਆਉਣਾ ਹੋਇਆ? ਸੁਖਦੇਵ ਦੇ ਪਾਪਾ ਜੀ ਨੇ ਕੁੰਡਾ ਖੋਲ੍ਹਿਆ ਤੇ ਬੜੀ ਹੀ ਗਰਮਜੋਸ਼ੀ ਨਾਲ ਸਰਪੰਚ ਦਾ ਸਵਾਗਤ ਕੀਤਾ। ਕਾਕਾ ਕਿੱਥੇ ਹੈ ਭਾਈ? ਸਰਪੰਚ ਨੇ ਸਿੱਧਾ ਹੀ ਮੁੱਦੇ ਦੀ ਗੱਲ ਕੀਤੀ। ਉਹਨਾਂ ਦੇ ਗੱਲਾਂ ਕਰਨ ਦੌਰਾਨ ਹੀ ਸੁਖਦੇਵ ਆ ਗਿਆ। ਉਸਨੇ ਸਰਪੰਚ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਆਉਣ ਦਾ ਕਾਰਨ ਪੁੱਛਿਆ। ਕਾਕਾ, ਇੱਕ ਕੰਮ ਸੀ ਤੇਰੇ ਤੋਂ। ਦਰਅਸਲ ਸ਼ਹਿਰ ਜਾਣਾ ਸੀ, ਕਿਸੇ ਦਫ਼ਤਰੀ ਕੰਮ ਦੇ ਸਿਲਸਿਲੇ ਵਿੱਚ। ਤੈਨੂੰ ਤਾਂ ਪਤਾ ਵੀ ਮੈਂ ਕਿੰਨਾ ਕੁ ਪੜ੍ਹਿਆ ਲਿਖਿਆ। ਕੁੜੀ ਪੜ੍ਹੀ ਲਿਖੀ ਹੈ, ਪਰ ਉਸ ਨੂੰ ਐਡੀ ਦੂਰ ਭੇਜ ਨਹੀਂ ਸਕਦਾ। ਕਿਸੇ ਨੂੰ ਕੁੜੀ ਦੇ ਨਾਲ ਭੇਜ ਦਿਆਂ, ਇੰਨਾ ਕਿਸੇ ਨੇ ਯਕੀਨ ਵੀ ਨਹੀਂ ਸੋਚਿਆ। ਇੱਕ ਵਾਰ ਮੈਨੂੰ ਹੀ ਪੁੱਛ ਲਵਾਂ। ਤੂੰ ਤਾਂ ਕਾਕਾ ਜਿਹੇ ਕੰਮਾਂ ਕਾਰਾਂ ਨੂੰ ਉਂਝ ਵੀ ਤੇਜ਼ ਏ। ਸਰਪੰਚ ਨੇ ਅਸਲ ਗੱਲ ਤੋਂ ਪਰਦਾ ਚੁੱਕਿਆ। ਹਾਂਜੀ, ਕੋਈ ਗੱਲ ਨਹੀਂ ਸਰਪੰਚ ਸਾਹਿਬ, ਮੈਂ ਜਾ ਆਵਾਂਗਾ। ਅੱਗੋਂ ਸੁਖਦੇਵ ਨੇ ਵੀ ਸਹਿਮਤੀ ਪ੍ਰਗਟਾਈ। ਚੱਲ ਫਿਰ ਏਦਾਂ ਕਰ, ਜੇ ਅੱਜ ਹੀ ਆ ਜਾ, ਕੰਮ ਜਿੰਨੀ ਛੇਤੀ ਨਿਬੜ ਜਾਵੇ ਓਨਾ ਹੀ ਚੰਗਾ। ਚਲੋ ਠੀਕ ਹੈ ਜੀ, ਆਉਣਾ ਮੈਂ। ਮਗਰੋਂ ਸੁਖਦੇਵ ਸ਼ਹਿਰ ਚਲਾ ਗਿਆ ਤੇ ਇੱਧਰ ਸਰਪੰਚ ਸੁਖਦੇਵ ਦੇ ਪਾਪੇ ਨਾਲ ਕੁਝ ਨਿੱਜੀ ਗੱਲਾਂ ਬਾਤਾਂ ਕਰਨ ਲੱਗਾ। ਗੱਲਾਂ ਵਿੱਚ ਉਸ ਕਿਹਾ, ਭਾਈ ਏਦਾਂ ਏ ਕਿ ਤੇਰਾ ਮੁੰਡਾ ਮੈਨੂੰ ਸ਼ੁਰੂ ਤੋਂ ਹੀ ਪਸੰਦ ਹੈ। ਨੌਕਰੀ ਵੀ ਕਰਦਾ, ਉਤੋਂ ਆਪਣੇ ਪਿੰਡ ਵਿੱਚ ਉਹਦੇ ਜਿੰਨਾ ਕੋਈ ਪੜ੍ਹਿਆ ਲਿਖਿਆ ਸਾਊ ਤੇ ਸਮਝਦਾਰ ਵੀ ਨਹੀਂ। ਜੇ ਤੂੰ ਹਾਮੀ ਭਰੇ ਤਾਂ ਮੈਂ ਤੇਰਾ ਮੁੰਡਾ ਮੁੱਲ ਲੈਣਾ ਚਾਹੁੰਦਾ। ਸਰਪੰਚ ਦੀ ਇਸ ਗੱਲ ਨੇ ਸੁਖਦੇਵ ਦੇ ਪਾਪੇ ਨੂੰ ਸੋਚੀ ਪਾ ਦਿੱਤਾ। ਮੈਂ ਕੁਝ ਸਮਝਿਆ ਨਹੀਂ ਸਰਪੰਚ ਸਾਹਿਬ। ਮੁੱਲ ਮਤਲਬ ਕਿਵੇਂ? ਸੁਖਦੇਵ ਦਾ ਪਾਪਾ ਦੋਵੇਂ ਹੱਥ ਬੰਨੇ ਸਰਪੰਚ ਬੰਨੇ ਬਿੱਟਰ ਚਾਕਣ ਲੱਗਾ। ਮੇਰਾ ਮਤਲਬ ਕਿ ਕਿਉਂ ਨਾ ਆਪਾਂ ਰਿਸ਼ਤੇਦਾਰੀ ਸਹੇੜ ਲਈਏ। ਸਰਪੰਚ ਸੁਖਦੇਵ ਦੇ ਪਾਪੇ ਦੇ ਬੰਨੇ ਹੋਏ ਹੱਥਾਂ ਤੇ ਹੱਥ ਧਰਦਿਆਂ ਮੁਸਕਰਾਉਂਦਿਆਂ ਹੋਇਆਂ ਬੋਲਿਆ। ਅੱਧੇ ਕੁ ਘੰਟੇ ਮਗਰੋਂ ਜਦ ਸਰਪੰਚ ਚਲਾ ਗਿਆ ਤਾਂ ਸੁਖਦੇਵ ਦੀ ਮਾਂ ਅੰਦਰ ਬੈਠਕ ਵਿੱਚ ਆਈ। ਉਹ ਉਦੋਂ ਤੋਂ ਹੀ ਬੈਠਕ ਦੀ ਬਾਹਰਲੀ ਕੰਧ ਨਾਲ ਕੰਨ ਲਾਈ ਦੋਵਾਂ ਦੀਆਂ ਗੱਲਾਂ ਸੁਣ ਰਹੀ ਸੀ, ਪਰ ਰਿਸ਼ਤੇਦਾਰ ਵਾਲੀ ਗੱਲ ਤੇ ਜਵਾਬ ਵਿੱਚ ਸੁਖਦੇਵ ਦੇ ਪਾਪੇ ਨੇ ਅੱਗੋਂ ਸਰਪੰਚ ਨੂੰ ਕੀ ਜਵਾਬ ਦਿੱਤਾ ਸੀ, ਇਹਦਾ ਉਸਨੂੰ ਪਤਾ ਨਹੀਂ ਸੀ ਲੱਗਿਆ। ਕੀ ਕਹਿੰਦੇ ਸੀ ਸਰਪੰਚ ਸਾਹਿਬ? ਸੁਖਦੇਵ ਦੀ ਮਾਂ ਨੇ ਜਾਣ ਬੁੱਝ ਹੀ ਅਣਜਾਣ ਬਣਦਿਆਂ ਪੁੱਛਿਆ। ਰਿਸ਼ਤੇਦਾਰੀ ਦੀ ਗੱਲ ਕਰਦੇ ਸੀ। ਕਹਿੰਦੇ ਸੀ ਜੇ ਉਹਨਾਂ ਦੀ ਗੁੱਡੀ ਦਾ ਆਪਣੇ ਕਾਕੇ ਨਾਲ ਵਿਆਹ ਹੋ ਜਾਵੇ ਤਾਂ ਕਹਿੰਦਾ ਸੁਖਦੇਵ ਦਾ ਪਾਪਾ ਮਾਸਾ ਝਿਜਕ ਜੇ ਗਿਆ। ਤਾਂ ਫਿਰ ਕੀ ਜਵਾਬ ਦਿੱਤਾ ਤੁਸੀਂ ਉਹਨਾਂ ਨੂੰ? ਮਨਾ ਕਰ ਦਿੱਤਾ ਨਾ। ਸੁਖਦੇਵ ਦੀ ਮਾਂ ਆਪਣੇ ਕਿਆਫੇ ਲਗਾਉਣ ਲੱਗੀ ਸੀ। ਉਸਨੂੰ ਉਮੀਦ ਸੀ ਕਿ ਸੁਖਦੇਵ ਦੇ ਪਾਪੇ ਨੇ ਇਸ ਰਿਸ਼ਤੇ ਲਈ ਨਾ ਕਰ ਦਿੱਤੀ ਹੋਈ, ਕਿਉਂਕਿ ਸੁਖਦੇਵ ਤਾਂ ਪਹਿਲਾਂ ਹੀ ਕਿਸੇ ਨੂੰ ਚਾਹੁੰਦਾ ਸੀ। ਕੱਲ ਕਹੀਆਂ ਉਹਦੀਆਂ ਗੱਲਾਂ ਤੋਂ ਇਹ ਜ਼ਾਹਰ ਸੀ ਕਿ ਉਹ ਉਸੇ ਕੁੜੀ ਨਾਲ ਵਿਆਹ ਕਰਾਉਣ ਲਈ ਬਜਿੱਦ ਸੀ। ਨਹੀਂ, ਮੈਂ ਮਨਾ ਨਹੀਂ ਕੀਤਾ, ਸੁਖਦੇਵ ਦੇ ਪਾਪੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ। ਸ਼ਾਮ ਨੂੰ ਜਦ ਸੁਖਦੇਵ ਦੇ ਘਰ ਵਾਪਸ ਆਇਆ ਤਾਂ ਉਹਦੇ ਘਰ ਉਹਦੇ ਵਿਆਹ ਲੈ ਕੇ ਪਿਓ ਪੁੱਤ ਤੇ ਖੂਬ ਬਹਿਸ ਹੋਈ। ਇੱਕ ਪਾਸੇ ਸੁਖਦੇਵ ਸੀ ਜੋ ਰਿੰਮੀ ਨਾਲ ਵਿਆਹ ਕਰਾਉਣ ਤੇ ਅੜਿਆ ਪਿਆ ਸੀ, ਤੇ ਦੂਜੇ ਪਾਸੇ ਸੀ ਉਹਦਾ ਪਾਪਾ ਜੋ ਹਰ ਹਾਲਤ ਵਿੱਚ ਉਹਦਾ ਵਿਆਹ ਰਿੰਮੀ ਨਾਲ ਨਹੀਂ ਸੀ ਹੋਣ ਦੇਣਾ ਚਾਹੁੰਦਾ। ਹੌਲੀ ਹੌਲੀ ਇਹ ਬਹਿਸਬਾਜ਼ੀ ਰੌਲੇ ਰੱਪੇ ਵਿੱਚ ਬਦਲਦੀ ਗਈ। ਮਗਰੋਂ ਗੁਆਂਢੀਆਂ ਨੇ ਆ ਕੇ ਦੋਹਾਂ ਨੂੰ ਜਵਾਨੀ ਲੜਾਨੋਂ ਹਟਾਇਆ। ਅਗਲੇ 2 ਦਿਨ ਪਿਓ ਤੇ ਪੁੱਤ ਮੂੰਹ ਇਉਂ ਹੀ ਸੁੱਜ ਰਹੇ। ਦੋਵਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਨਹੀਂ ਬੁਲਾਇਆ। ਤੀਜੇ ਦਿਨ ਸੁਖਦੇਵ ਦੇ ਪਾਪੇ ਨੇ ਬਿਨਾਂ ਸੁਖਦੇਵ ਨੂੰ ਦੱਸੇ ਸਰਪੰਚ ਹੋਰਾਂ ਦੇ ਘਰਦਿਆਂ ਨੂੰ ਆਪਣੇ ਘਰ ਸੱਦ ਲਿਆ। ਮਹਿਮਾਨ ਆਏ ਤਾਂ ਪਹਿਲੋਂ ਹੀ ਤੈਅ ਕੀਤੇ ਮੁਤਾਬਿਕ ਮੁੰਦਰੀ ਦੀ ਰਸਮ ਸ਼ੁਰੂ ਕਰਨ ਲੱਗੇ। ਪਰ ਇਸ ਤੋਂ ਪਹਿਲਾਂ ਕਿ ਕੁੜੀ ਸੁਖਦੇਵ ਨੂੰ ਮੁੰਦਰੀ ਪਾਉਂਦੀ, ਸੁਖਦੇਵ ਬਿਨਾਂ ਕੁਝ ਬੋਲੇ ਉੱਥੋਂ ਉੱਠ ਖੜਾ ਹੋਇਆ, ਜਾ ਕੇ ਸਿੱਧਾ ਰਿੰਮੀ ਹੋਰਾਂ ਦੇ ਬੂਹੇ ਅੱਗੇ ਵੱਜਿਆ। ਰਿੰਮੀ ਦੇ ਪਰਿਵਾਰ ਵਾਲੇ ਸੁਖਦੇਵ ਨੂੰ ਇਸ ਤਰ੍ਹਾਂ ਅਚਾਨਕ ਆਇਆ ਵੇਖ ਕੇ ਬੇਹੱਦ ਹੈਰਾਨ ਹੋਏ। ਉਹਦੇ ਆਉਣ ਦਾ ਤਰੀਕਾ ਵੀ ਪਰਿਵਾਰ ਵਾਲਿਆਂ ਨੂੰ ਕੋਈ
ਬਹੁਤਾ ਚੰਗਾ ਨਹੀਂ ਸੀ ਲੱਗਿਆ। ਫਿਰ ਜਦੋਂ ਸੁਖਦੇਵ ਨੇ ਪਰਿਵਾਰ ਵਾਲਿਆਂ ਨਾਲ ਆਪਣੀ ਰਿੰਮੀ ਦੇ ਵਿਆਹ ਦੀ ਗੱਲ ਛੇੜੀ ਤਾਂ ਉਹਨਾਂ ਦੇ ਤਾਂ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਹਨਾਂ ਬਿਨਾਂ ਕੁਝ ਸੋਚੇ ਸਮਝੇ ਸੁਖਦੇਵ ਨੂੰ ਨਾ ਕਰ ਦਿੱਤੀ ਤੇ ਉਸ ਨੂੰ ਬੇਇੱਜ਼ਤ ਕਰਦੇ ਹੋਏ ਘਰੋਂ ਬਾਹਰ ਕੱਢ ਦਿੱਤਾ। ਮਗਰੋਂ ਤਾਰੋ ਦੇ ਸਹਾਰੇ ਇਸ ਗੱਲ ਦਾ ਪਤਾ ਰਿੰਮੀ ਨੂੰ ਲੱਗਿਆ। ਉਹ ਉਸੇ ਵਕਤ ਆਪਣੇ ਪਿੰਡ ਲਈ ਰਵਾਨਾ ਹੋ ਗਈ। ਰਸਤੇ ਵਿੱਚ ਉਸਨੇ ਸੁਖਦੇਵ ਨੂੰ ਵੀ ਫੋਨ ਕੀਤਾ। ਸੁਖਦੇਵ ਨੇ ਦੱਸਿਆ ਕਿ ਉਹ ਹਲੇ ਵੀ ਉਸ ਪਿੰਡ ਹੀ ਹੈ। ਇੱਥੋਂ ਉਹ ਰਿੰਮੀ ਨੂੰ ਲਏ ਬਗੈਰ ਜਾਣ ਵਾਲਾ ਨਹੀਂ। ਰਿੰਮੀ ਘਰ ਪਹੁੰਚੀ ਤਾਂ ਉਹਦੇ ਆਉਣ ਤੇ ਵੀ ਘਰ ਵਿੱਚ ਕਲੇਸ਼ ਵੀ ਹੋਇਆ। ਅਖੀਰ ਸੁਖਦੇਵ ਤੇ ਰਿੰਮੀ ਨੇ ਆਪਸ ਵਿੱਚ ਇੱਕ ਮਤਾ ਪਕਾਇਆ ਤੇ ਉਸੇ ਦਿਨ ਬਿਨਾਂ ਕਿਸੇ ਨੂੰ ਸੱਦੇ ਜਾਂ ਬੁਲਾਏ ਕੋਰਟ ਮੈਰਿਜ ਕਰਵਾ ਲਈ। ਹੁਣ ਉਹ ਦੋਵੇਂ ਪਤੀ ਪਤਨੀ ਸਨ, ਪਰ ਉਹਨਾਂ ਦਾ ਰਿਸ਼ਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਮਨਜ਼ੂਰ ਨਹੀਂ ਸੀ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਦਿਨ ਬੀਤਿਆਂ, ਹਫ਼ਤੇ ਬੀਤੇ, ਮਹੀਨੇ ਬੀਤਦੇ ਗਏ। ਇੱਕ ਰਾਤ ਸੁਖਦੇਵ ਦਾ ਪਾਪਾ ਉਹਦੀ ਮਾਂ ਨਾਲ ਗੱਲਾਂ ਕਰਦਾ ਹੋਇਆ ਕਹਿਣ ਲੱਗਾ, ਮੇਰੇ ਛੋਟੇ ਭਰਾ ਦਾ ਮੁੰਡਾ SDM ਦੀ ਕੁੜੀ ਨਾਲ ਵਿਆਹਿਆ ਹੋਇਆ ਹੈ ਤੇ ਵੱਡੇ ਦਾ SHO ਦੀ ਕੁੜੀ ਨਾਲ। ਇਲਾਕੇ ਵਿੱਚ ਪੂਰੀ ਠਾਠ ਹੈ ਦੋਵਾਂ ਭਰਾਵਾਂ ਦੀ। ਤੇ ਇੱਧਰ ਇੱਕ ਮੈਂ ਹਾਂ ਜਿਹਦਾ ਮੁੰਡਾ ਸਭ ਕੁਝ ਹੁੰਦੇ ਸਰਦੇ ਵੀ ਕਿਸੇ ਨੀਵੀਂ ਜਾਤ ਦੀ ਕੁੜੀ ਕੱਢ ਲਿਆਇਆ ਏ। ਦੱਸ ਇਹੋ ਦਿਨ ਦਿਖਾਉਣ ਲਈ ਜੰਮਿਆ ਸੀ ਤੂੰ ਉਹਨੂੰ। ਬੀਤੀ ਰਾਤ ਇਸ ਇੱਕ ਵਾਕ ਨਾਲ ਸੁਖਦੇਵ ਦੇ ਪਾਪੇ ਨੇ ਕਿੰਨਾ ਕੁਝ ਹੀ ਆਖ ਸੁਣਾਇਆ ਸੀ, ਪਰ ਸੁਖਦੇਵ ਦੀ ਮਾਂ ਨੇ ਅੱਗੋਂ ਕੋਈ ਜਵਾਬ ਨਹੀਂ ਸੀ ਦਿੱਤਾ। ਦਰਅਸਲ ਹੁਣ ਹੌਲੀ ਹੌਲੀ ਉਸ ਨੂੰ ਅਸਲ ਮਾਜਰੇ ਦੀ ਸਮਝ ਆਉਣ ਲੱਗੀ ਸੀ। ਉਹ ਸਮਝ ਰਹੀ ਸੀ ਕਿ ਇਸ ਵਕਤ ਸੁਖਦੇਵ ਦੇ ਪਾਪੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ। ਅਸਲ ਖੁਦ ਦੇ ਵਿਚਾਰਾਂ ਨਾਲ ਲੜਦਾ ਹੀ ਉਹ ਇਹ ਆਖ ਰਿਹਾ ਸੀ। ਇਹ ਰਾਤ ਸੁਖਦੇਵ ਦੇ ਪਾਪੇ ਲਈ ਕੱਟਣੀ ਔਖੀ ਹੋ ਰਹੀ ਸੀ। ਕਦੇ ਉਹ ਸੋਚਦਾ ਕਿ ਸੁਖਦੇਵ ਨੇ ਸ਼ਰੀਕਾਂ ਵਿੱਚ ਉਹਦੀ ਨੱਕ ਵਡਾ ਦਿੱਤੀ ਤੇ ਕਦੇ ਸੋਚਦਾ ਕਿ ਸੁਖਦੇਵ ਵੀ ਤਾਂ ਆਪਣੀ ਥਾਂ ਸਹੀ ਹੈ। ਸੁਖਦੇਵ ਦੀਆਂ ਉਸ ਦਿਨ ਦੀਆਂ ਗੱਲਾਂ ਉਸ ਨੂੰ ਮੁੜ ਮੁੜ ਕੇ ਚੇਤੇ ਆ ਰਹੀਆਂ ਸਨ। ਲੱਗਦਾ ਸੀ ਜਿਵੇਂ ਸੁਖਦੇਵ ਸਮਝਦਾਰ ਹੋ ਗਿਆ ਹੋਵੇ। ਇਸ ਲਿਹਾਜ਼ ਤੋਂ ਹੁਣ ਕਿਸੇ ਦਾ ਵੀ ਉਸ ਨੂੰ ਸਮਝਾਉਣ ਦਾ ਕੋਈ ਅਰਥ ਨਾ ਰਹਿ ਗਿਆ ਹੋਵੇ। ਸੁਖਦੇਵ ਨੇ ਹੁਣ ਉਹੀ ਕਰਨਾ ਹੈ ਜਿਸ ਨੂੰ ਉਹ ਆਪ ਹੀ ਸਹੀ ਸਮਝਦਾ ਹੈ। ਜੋ ਉਸਨੇ ਮਹਿਸੂਸ ਕੀਤਾ ਉਸਨੇ ਤਾਂ ਕੀਤੀ। ਜੋ ਉਸਦੀ ਕਲਪਨਾ ਵਿੱਚ ਵੀ ਚੱਤੋ ਪਹਿਰ ਘੁੰਮਦਾ ਰਿਹਾ, ਉਹ ਉਸੇ ਨੂੰ ਹਕੀਕਤ ਵਿੱਚ ਸਾਕਾਰ ਹੋਇਆ ਵੇਖਣਾ ਚਾਹੁੰਦਾ ਹੈ। ਵਿਅਕਤੀਗਤ ਤੌਰ ਤੇ ਵੇਖੇ ਤਾਂ ਪਾਪੇ ਨੂੰ ਸੁਖਦੇਵ ਦੀ ਪਸੰਦ ਕੋਈ ਬੁਰੀ ਨਹੀਂ ਸੀ ਲੱਗਦੀ, ਪਰ ਪਤਾ ਨਹੀਂ ਕਿਉਂ ਸਮਾਜਿਕ ਪੱਧਰ ਤੇ ਆ ਕੇ ਉਹ ਇਸ ਰਿਸ਼ਤੇ ਨੂੰ ਦੇਣ ਵਾਲੀ ਮਨਜ਼ੂਰੀ ਤੋਂ ਆਪਣੇ ਪੈਰ ਪਿੱਛੇ ਖਿੱਚ ਲਿਆ ਕਰਦਾ ਸੀ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ। ਇਹ ਕਹਾਣੀ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਹੈ। ਬਹੁਤ ਹੀ ਸੋਹਣੀ ਅਤੇ ਪਰਿਵਾਰਕ ਕਹਾਣੀ ਹੈ।